देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਵਿਜੀਲੈਂਸ ਦੀ ਕਾਰਵਾਈ ਅੱਗੇ ਵਧਣ ਦੀ ਖਬਰ ਤੋਂ ਬਾਅਦ ਕਾਂਗਰਸੀ ਸਭਾ 'ਚ ਹੜਕੰਪ ਮੱਚਿਆ ਹੋਇਆ। ਗੱਠਜੋੜ ਨੂੰ ਲੈ ਕੇ ਬੇਚੈਨੀ ਪਾਈ ਜਾ ਰਹੀ ਆ ਔਰ ਜਿਹੜੀ ਪਿਛਲੀ ਮੀਟਿੰਗ ਦੇ ਵਿੱਚ 3 ਸਾਬਕਾ ਮੰਤਰੀਆਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਵੀ ਇੱਕ ਪਾਸੇ ਤਾਂ ਉਹ ਸਾਨੂੰ ਮਾਰਨ ਤੇ ਉਤਾਰੂ ਨੇ ਸਿਆਸੀ ਤੌਰ ਤੇ ਦੂਜੇ ਪਾਸੇ ਅਸੀਂ ਉਹਨਾਂ ਨੂੰ ਸਿਆਸੀ ਸਾਹ ਦੇਣਾ ਚਾਹੁੰਦੇ ਆ। ਸੋ ਕਾਂਗਰਸ ਸਭਾ ਦੇ ਵਿੱਚ ਬਰਿੰਦਰ ਢਿੱਲੋਂ ਵੱਲੋਂ ਰਵਨੀਤ ਬਿੱਟੂ ਤੇ ਹਮਲਾ ਕਰਨ ਤੋਂ ਬਾਅਦ ਇਹ ਜੰਗ ਹੋਰ ਤਿੱਖੀ ਹੋ ਗਈ ਆ। ਇਹਦੇ ਤੇ ਜਾਂਦੇ ਆ। ਦੂਜਾ ਸਵਾਲ ਬਹੁਤ ਅਹਿਮ ਆ। ਮਾਝੇ ਦੇ ਵਿੱਚੋਂ ਇੱਕ ਵਾਰੀ ਫਿਰ ਬਗਾਵਤ ਦਾ ਝੰਡਾ ਬੁਲੰਦ ਹੋਇਆ। ਇਸ ਵਾਰੀ ਬਗਾਵਤ ਸਿਸਟਮ ਦੇ ਖਿਲਾਫ 2 MLAs ਨੇ ਕੀਤੀ ਆ ਔਰ ਦੋਵੇਂ ਸੱਤਾਧਾਰੀ ਧਿਰ ਦੇ ਨੇ। ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਰਕਾਰ ਦੀ ਕਾਰਜਸ਼ੈਲੀ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਹੈ। ਪ੍ਰਸ਼ਾਸਨ ਤਾਂ ਐਵੇਂ ਬਹਾਨਾ ਹੁੰਦਾ। ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਸਰਕਾਰ ਨੂੰ ਬਹੁਤ ਮੁਸ਼ਕਲ ਦੇ ਵਿੱਚ ਲਿਆਂਦਾ ਸੀਗਾ। ਤੀਜੀ ਖਬਰ ਵੀ ਕਾਫੀ ਅਹਿਮ ਆ ਕਿ ਕੱਲ ਜਦੋਂ CBI ਦੀ ਅਦਾਲਤ ਦੀਆਂ ਪੌੜੀਆਂ ਉਤਰਦਿਆਂ ਸਾਬਕਾ ਪੁਲਿਸ ਅਧਿਕਾਰੀਆਂ ਦੀ ਅੱਖਾਂ 'ਚ ਅਥਰੂ ਸੀਗੇ ਤਾਂ ਮੈਨੂੰ 30 ਸਾਲ ਪਹਿਲਾਂ ਦੇ ਉਹਨਾਂ ਮਾਪਿਆਂ ਦੇ ਅਥਰੂ ਚੇਤੇ ਆਏ ਜਿਹੜੇ 30 ਸਾਲ ਰੁਕੇ ਹੀ ਨਹੀਂ। ਉਹਨਾਂ ਸਾਰੇ ਮਾਮਲਿਆਂ ਤੇ ਜਾਣੇ ਆ। ਇੰਦਰਪ੍ਰੀਤ ਜੀ, ਕਾਂਗਰਸੀ ਸਭਾ ਦੀ ਬੇਚੈਨੀ ਬੜੀ ਜਾਇਜ਼ ਲੱਗਦੀ ਹੈ। ਰਾਜਾ ਵੜਿੰਗ ਨੂੰ ਹੱਥ ਪਾਉਣ ਦੀ ਤਿਆਰੀ ਤੇ ਉਧਰ ਸਥਾਨਕ ਇਕਾਈ ਨੇ ਸੀਟਾਂ ਦਾ ਤਾਲਮੇਲ ਕਰਨਾ ਹੈ। 3 ਮੰਤਰੀਆਂ ਦਾ ਜ਼ਿਕਰ ਹੋਇਆ। ਅਸੀਂ ਪਹਿਲਾਂ ਵੀ ਕੀਤਾ ਸੀਗਾ ਕਿ ਪਿਛਲੀ ਮੀਟਿੰਗ ਦੇ ਵਿੱਚ 3 ਸਾਬਕਾ ਮੰਤਰੀ ਇਸ ਗੱਠਜੋੜ ਦੇ ਖਿਲਾਫ ਅਸਤੀਫਿਆਂ ਤੱਕ ਦੀ ਪੇਸ਼ਕਸ਼ ਕਰ ਗਏ ਔਰ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਇਸੇ ਲੀਹ ਤੇ ਚੱਲ ਰਹੇ ਆ ਕਿ ਜੇਕਰ ਤੁਸੀਂ ਸਾਡੀ ਲੀਡਰਸ਼ਿਪ ਨੂੰ ਖੂੰਜੇ ਹੀ ਲਾ ਕੇ ਰੱਖਣਾ, ਉਹਨਾਂ ਨੂੰ ਤੁਸੀਂ ਦਾਗਦਾਰੀ ਕਰਨਾ ਹੈ ਤਾਂ ਫਿਰ ਐਸੇ ਗੱਠਜੋੜ ਦੇ ਵਿੱਚ ਅੱਗੇ ਵਧਣ ਦਾ ਫਾਇਦਾ ਕੀ ਹੈ। ਉਧਰ ਬਰਿੰਦਰ ਢਿੱਲੋਂ ਨੇ ਕਲੀਅਰ ਕਰਤਾ ਹੈ ਕਿ ਜੇ ਰਵਨੀਤ ਬਿੱਟੂ ਨੂੰ ਬਹੁਤੀ ਕਾਹਲੀ ਆ ਤੇ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜ ਲੇ। ਸਵਾਲ ਕਾਫੀ ਵੱਡੇ ਖੜੇ ਹੋ ਗਏ ਆ। ਕੱਲ ਤੋਰਿਓ ਜ਼ਰਾ। ਰੰਧਾਵਾ ਸਾਹਿਬ ਦੇਖੋ, ਕਾਂਗਰਸ ਦੇ ਵਿੱਚ ਵੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੋਨੋਂ ਜਗ੍ਹਾ ਤੇ 2 ਤਰ੍ਹਾਂ ਦੀ ਲੀਡਰਸ਼ਿਪ ਕੰਮ ਕਰ ਰਹੀ ਹੈ। ਇੱਕ ਤਾਂ ਉਹ ਲੋਕ ਨੇ ਜਿਹੜੇ MLA ਦੀਆਂ ਚੋਣਾਂ ਲੜਦੇ ਨੇ, ਵਿਧਾਨ ਸਭਾ ਦੀਆਂ ਚੋਣਾਂ ਲੜਦੇ ਨੇ, ਉਹ ਛੋਟੀ ਇਕਾਈ ਹੈ ਸਮਝ ਲਓ। ਤੇ ਜਿਹੜੇ MP ਦੀਆਂ ਚੋਣਾਂ ਲੜਦੇ ਨੇ ਉਹਨਾਂ ਦਾ ਬਿਲਕੁਲ ਅਲੱਗ ਤਰ੍ਹਾਂ ਦਾ ਵਿਊ ਹੈ। ਔਰ ਕਿਉਂਕਿ 2024 ਬਿਲਕੁਲ ਸਾਹਮਣੇ ਹੈ ਤੇ ਉਹਦੇ ਵਿੱਚ ਗੱਠਜੋੜ ਹੋਣਾ ਵੀ ਤੈਅ ਹੋ ਗਿਆ। ਇਹ 'ਚ ਵੀ ਹੁਣ ਕੋਈ ਦੋ ਰਾਇਮਾਂ ਰਹਿ ਨਹੀਂ ਗਈਆਂ। ਜਿਸ ਹਿਸਾਬ ਨਾਲ ਵਧਿਆ ਜਾ ਰਿਹਾ ਅੱਗੇ, ਜਿਸ ਤਰ੍ਹਾਂ ਨਾਲ ਪਾਰਟੀ ਹਾਈ ਕਮਾਨਾਂ ਨੇ ਆਪਣੀ ਡਾਇਰੈਕਸ਼ਨ ਥੱਲੇ ਵੀ ਦੇਤੀ ਹੈ, ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਤੈਅ ਹੋ ਗਿਆ ਕਿ ਹੁਣ ਆਪਾਂ ਕਿਸ ਦਿਸ਼ਾ 'ਚ ਚੱਲਣਾ ਹੈ। ਪਰ ਇਨ ਬਿਟਵੀਨ ਜਿਹੜੀ ਇੱਕ ਲਾਈਨ ਜੀ ਖਿੱਚੀ ਜਾ ਰਹੀ ਹੈ ਉਹ ਬੜੀ ਅਜੀਬ ਹੋ ਰਹੀ ਹੈ। ਰਾਜਾ ਵੜਿੰਗ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਲਗਾਤਾਰ ਇਸ ਦਾ ਵਿਰੋਧ ਕਰ ਰਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਪਰ ਆਪਾਂ ਕੱਲ ਵੀ ਇਹ ਡਿਸਕਸ ਕੀਤਾ ਸੀਗਾ ਕਿ ਨਵਜੋਤ ਸਿੱਧੂ ਤੋਂ ਬਾਅਦ ਰਵਨੀਤ ਬਿੱਟੂ ਜਿਹੜੇ ਲੁਧਿਆਣੇ ਤੋਂ ਦੂਸਰੀ ਵਾਰ ਤੇ ਅਦਰਵਾਈਜ਼ ਉਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਹੈਗੇ ਆ, ਹੁਣ ਉਹ ਚੌਥੀ ਵਾਰ ਇਸੇ ਪਿੰਡ ਤੇ ਉਹਨਾਂ ਨੇ ਦੁਬਾਰਾ ਉਤਰਨਾ ਹੈ। ਉਹਨੂੰ ਲੱਗਦਾ ਹੈ ਕਿ ਜੇਕਰ ਸਮਝੌਤਾ ਹੋ ਜਾਂਦਾ ਹੈ ਫਿਰ ਸਾਡੇ ਵਰਗਿਆਂ ਨੂੰ ਸੌਖਾ ਹੋ ਜਾਏਗਾ ਜਿੱਤਣਾ। ਉਹ ਲੜਾਈ ਇੱਕ ਚੱਲ ਰਹੀ ਹੈ। ਨਾਲ ਜਿਹੜੀ ਬਾਕੀ ਦੀ ਲੀਡਰਸ਼ਿਪ ਹੈ, ਜਿਵੇਂ ਕੱਲ ਬਰਿੰਦਰ ਢਿੱਲੋਂ ਨੇ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਾਂਗਰਸ ਭਵਨ ਦੇ ਵਿੱਚ, ਉਹਨਾਂ ਨੇ ਬਹੁਤ ਕਲੀਅਰਿਟੀ ਨਾਲ ਕਿਹਾ ਹੈ ਆਪਣੀ ਲੀਡਰਸ਼ਿਪ ਨੂੰ, ਮਤਲਬ ਕਿ ਰਵਨੀਤ ਬਿੱਟੂ ਨੂੰ ਕੀ ਲੱਗਦਾ ਇਹਨਾਂ ਨੂੰ ਕੁਝ ਜ਼ਿਆਦਾ ਕਾਹਲੀ ਹੈ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨ ਦੀ। ਤੇ ਜੇ ਇਹਨਾਂ ਨੂੰ ਇੰਨੀ ਕਾਹਲੀ ਹੋਈ ਹੈ ਤਾਂ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਉਹਨਾਂ ਦੀ ਟਿਕਟ ਲੈ ਲੈਣ ਵੀ ਸਾਡੀ ਲੀਡਰਸ਼ਿਪ ਜਾਂ ਸਾਡੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਹੁਣ ਅੱਗੇ ਜਿਉਂ-ਜਿਉਂ ਅੱਗੇ ਵੱਧ ਰਹੀਆਂ ਨੇ, ਮੈਨੂੰ ਲੱਗਦਾ ਹੈ ਕਿ ਕੜਪਤਨ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਦੂਸਰੀ ਸਾਈਡ ਤੋਂ ਜਿਹੜੀ ਸਰਕਾਰ ਵੀ ਹੈ ਉਹ ਵੀ ਲਗਾਤਾਰ ਜਿਹੜਾ ਹੈਗਾ ਉਹ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲੈ ਰਹੀ ਹੈ। ਜਿਵੇਂ ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ ਰਾਜਾ ਵੜਿੰਗ ਹੋਰਾਂ ਦੀ ਜਿਹੜੀ ਟਰਾਂਸਪੋਰਟ ਵਾਲਾ ਇੱਕ ਉਹ ਚੱਲ ਰਿਹਾ ਉਹਨਾਂ ਦਾ ਨਾਮ, ਉਹਦੇ ਉੱਤੇ ਵਿਜੀਲੈਂਸ ਅੱਗੇ ਵੱਧ ਰਹੀ ਹੈ। ਉਹਨਾਂ ਨੇ ਲਗਭਗ ਕੇਸ ਤਿਆਰ ਕਰ ਲਿਆ। ਕਿਸੇ ਵੀ ਟਾਈਮ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਨੋਟਿਸ ਜਾਰੀ ਹੋ ਸਕਦਾ ਹੈ, ਉਹਨਾਂ ਨੂੰ ਬੁਲਾਇਆ ਜਾ ਸਕਦਾ, ਯਾਨੀ ਕਿ ਇੱਕ ਤਰ੍ਹਾਂ ਦਾ ਉਹਨਾਂ ਦੇ ਧੱਬਾ ਤਾਂ ਲੱਗ ਹੀ ਜਾਏਗਾ ਕਰਪਸ਼ਨ ਦਾ ਜਦੋਂ ਉਹਨਾਂ ਦੇ ਖਿਲਾਫ ਕੇਸ ਦਰਜ ਕਰਨਾ ਹੈ ਨਾ। ਉਹ ਤੁਸੀਂ ਫਿਰ ਬਾਅਦ ਚ ਜਿੰਨੀਆਂ ਮਰਜ਼ੀ ਉਹ ਦਿੰਦੇ ਰਹੋ ਸਫਾਈਆਂ, ਜੀ ਮੈਂ ਬਿਲਕੁਲ ਪਾਕਦਾਮ ਇਨਸਾਫ ਹਾਂ, ਮੈਂ ਜੋ ਕੁਝ ਕੀਤਾ ਬਿਲਕੁਲ ਠੀਕ ਕੀਤਾ, ਰਿਕਾਰਡ ਮੇਰਾ ਸਾਫ਼ ਹੈ। ਸੋ ਉਹ ਕਿੰਨਾ ਲੋਕਾਂ ਨੂੰ ਆਪਾਂ ਸਫਾਈਆਂ ਦਿੰਦੇ ਰਹਾਂਗੇ। ਇਹ ਜਿਹੜੀ ਇੱਕ ਵਾਰ ਦਾਗ ਲੱਗ ਜਾਂਦੀ ਹੈ, ਜਿਹੜੀ ਇੱਕ ਪਰਸੈਪਸ਼ਨ ਬਣ ਜਾਂਦੀ ਹੈ,
ਕਰਪਸ਼ਨ ਦੀ, ਉਹ ਫਿਰ ਉਤਰਦੀ ਨਹੀਂ ਹੈ। ਇਸੇ ਨੂੰ ਲੈ ਕੇ ਜਿਹੜਾ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਮਨ 'ਚ ਥੋੜੀ ਚਿੜ ਹੈ ਕਿ ਇੱਕ ਪਾਸੇ ਅਸੀਂ ਸਮਝੌਤਿਆਂ ਦੀ ਗੱਲ ਕਰ ਰਹੇ ਹਾਂ, ਦੂਸਰੇ ਪਾਸੇ ਸਾਡੀ ਲੀਡਰਸ਼ਿਪ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯਾਨੀ ਕਿ ਲੱਗਦਾ ਕਿ ਆਮ ਆਦਮੀ ਪਾਰਟੀ ਦੂਰਅੰਦੇਸ਼ੀ ਨਾਲ ਵੀ ਚੱਲ ਰਹੀ ਹੈ, ਯਾਨੀ ਕਿ ਕਾਂਗਰਸ ਦੇ ਜਿਹੜੇ ਵੱਡੀ ਲੀਡਰਸ਼ਿਪ ਹੈ ਉਹਨੂੰ ਖਤਮ ਕਰ ਦਿਓ, ਜਿਹੜੇ ਥੱਲੇ ਵਰਕਰ ਹੈ ਉਹਨੂੰ ਆਪਣੇ 'ਚ ਸ਼ਾਮਲ ਕਰਕੇ ਆਪਣੇ ਇਕੱਲੇ ਦੀ ਲੜਾਈ ਲੜੋ। ਇਸ ਤਰ੍ਹਾਂ ਦੀ ਲੱਗਦਾ ਉਹਨਾਂ ਦੀ ਇੱਕ ਵਿਉਂਤਬੰਦੀ ਹੈ ਜਿਹਨੂੰ ਪਾਰਟੀ ਸਮਝ ਰਹੀ ਹੈ ਔਰ ਉਸੇ ਕਰਕੇ ਹੀ ਉਹ ਇਸ ਦਾ ਵਿਰੋਧ ਕਰ ਰਹੀ ਹੈ। ਦੇਖੋ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ, ਲੇਕਿਨ ਮੈਨੂੰ ਲੱਗਦਾ ਕਿ ਰਣਨੀਤੀ ਇਸ ਤੋਂ ਵੀ ਵੱਡੀ ਹੈ। ਆਮ ਆਦਮੀ ਪਾਰਟੀ ਨੂੰ ਵੀ ਇਸ ਗੱਲ ਦਾ ਫਿਕਰ ਹੈ ਕਿ ਅਸੀਂ ਜੇ ਇਕੱਲਿਆਂ ਜਾਂਦੇ ਆ ਤੇ ਜੇਕਰ ਕੋਈ ਹਵਾ ਨਹੀਂ ਚੱਲਦੀ, ਬਿਨਾਂ ਆਪਣੀ ਜਥੇਬੰਦੀ ਤੋਂ, ਆਪਣੇ ਕਾਡਰ ਤੋਂ ਕਿਵੇਂ ਵੋਟਾਂ ਜਿਹੜੀਆਂ ਉਹ ਕੱਢਣੀਆਂ ਨੇ। ਇਹ ਸਭ ਤੋਂ ਵੱਡਾ ਸਵਾਲ ਉਹਨਾਂ ਲਈ ਹੈ। ਉਹਨਾਂ ਨੂੰ ਵੀ ਫਿਕਰ ਹੈ ਕਿ ਕਿਤੇ ਇਹ ਨਾ ਹੋਵੇ ਕਿ ਇਹ 24 ਸਾਡੇ ਲਈ ਕਬਰ ਬਣ ਜਾਏ, ਸਿਆਸੀ ਤੌਰ ਤੇ ਕਬਰ ਬਣ ਜਾਏ, ਕਿਉਂਕਿ ਕੋਈ ਪਤਾ ਨਹੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਮਿੰਟ ਵਿੱਚ ਬਦਲਦੇ ਆਪਾਂ ਦੇਖਿਆ। ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਇਸ ਗੱਲ ਨੂੰ ਯਕੀਨੀ ਨਹੀਂ ਕਰ ਪਾ ਰਹੀ ਕਿ ਉਹ ਕੱਲਿਆਂ ਇੰਨੀਆਂ ਸੀਟਾਂ, ਭਾਵੇਂ ਕਿ ਭਗਵੰਤ ਮਾਨ ਤੇ ਉਹਨਾਂ ਦੀ ਬਾਕੀ ਲੀਡਰਸ਼ਿਪ ਕਹਿ ਰਹੀ ਹੈ ਔਰ ਉਹਨਾਂ ਨੂੰ ਯਕੀਨ ਵੀ ਹੈ ਜਲੰਧਰ ਜਿੱਤਣ ਤੋਂ ਬਾਅਦ ਕਿ ਸੱਤਾ ਨਾਲ ਲੋਕ ਤੁਰ ਪੈਂਦੇ ਆ, ਪਰ ਸਭ ਤੋਂ ਵੱਡਾ ਮਾਮਲਾ ਮਾਲਵੇ ਦਾ ਹੈ ਕਿ ਮਾਲਵਾ ਕਦੇ ਵੀ ਸੱਤਾ ਦੀ ਬਹੁਤੀ ਧੌਂਸ ਨਹੀਂ ਮੰਨਦਾ। ਇਹ ਅਸਰ ਦੁਆਬੇ ਤੇ ਮਾਝੇ 'ਚ ਦੇਖੇ ਜਾਂਦੇ ਆ ਕਿ ਚਲੋ ਸੱਤਾਧਾਰੀਆਂ ਨਾਲ ਬਣਾ ਕੇ ਚੱਲੋ। ਸਥਾਨਕ ਲੀਡਰਸ਼ਿਪ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹ ਬਹੁਤੀ ਅੜਦੀ ਨਹੀਂ ਗਈ, ਕਿਉਂਕਿ ਇਹ ਲੋਕ ਜਿਹਨੂੰ ਕਹਿੰਦੇ ਹੁੰਦਾ ਨਾ, ਦੁੱਧ ਦੇ ਸੜੇ ਲੱਸੀ ਨੂੰ ਪੋਕਾ ਮਾਰਦੇ ਆ। ਸੋ ਇਹ ਸੱਤਾਧਾਰੀਆਂ ਨਾਲ ਸਾਂਝ ਬਣਾ ਲੈਂਦੇ। ਵੱਡਾ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਮੰਨ ਲਓ ਸੰਗਰੂਰ ਵਾਂਗ ਕੁਝ ਇਸ ਤਰ੍ਹਾਂ ਦੀ ਹਵਾ ਵਗ ਜਾਂਦੀ ਆ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਬਦਲਵੇਂ ਤੌਰ ਤੇ ਜੇ ਕਾਂਗਰਸ ਹੈ ਤਾਂ ਉਹਦੀ ਲੀਡਰਸ਼ਿਪ ਹੀ ਹੈ ਜਿਨ੍ਹਾਂ ਕੋਲ ਆਪਣੇ ਸਿਟਿੰਗ ਐਮਪੀ ਵੀ ਹੈ, ਜਿਨ੍ਹਾਂ ਕੋਲ ਅਜੇ ਹੁਣੇ ਆਪਣਾ ਕੋਈ ਮਾੜਾ ਮੋਟਾ ਗੱਲ ਤੋਰਨ ਵਾਲੀ ਕੇਂਦਰੀ ਲੈਵਲ ਦੇ ਉੱਤੇ ਵੀ ਹੈਗੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ, ਉਹਨਾਂ ਦੇ ਰਾਘਵ ਚੱਡਾ ਹੋਣ ਜਾਂ ਕੇਜਰੀਵਾਲ ਹੋਣ, ਬੜੇ ਕਲੀਅਰ ਮਾਈਂਡਡ ਨੇ ਇੱਥੇ ਕਿ ਇਹ ਰਲ ਕੇ ਹੀ ਲੜਿਆ ਜਾਊਗਾ। ਕਾਂਗਰਸ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੀ ਹਵਾ ਖਰਾਬ ਹੋ ਰਹੀ ਆ। ਕੱਲ ਪਰਸੋਂ ਦੀ ਜਿਹੜੀ ਇਹ ਰੈਲੀ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਨੇ, ਭਾਸਕਰ ਸਾਹਿਬ, ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੂੰਗਾ ਕਿ ਕਾਂਗਰਸ ਬਹੁਤ ਫਸੀ ਹੋਈ ਆ। ਕਾਂਗਰਸ ਨੂੰ ਨਾਲ ਤੁਰਨਾ ਹੀ ਪੈਣਾ, ਪਰ ਤੁਰਨ ਦੇ ਫਾਇਦੇ ਵੱਧ ਕਿ ਨੁਕਸਾਨ ਵੱਧ, ਇਸ ਗੱਲ ਨੂੰ ਅੰਦਰ ਹੜਕੰਪ ਮਚਿਆ ਪਿਆ। ਇਹ ਅਲਾਈਅੰਸ ਹੋਏਗਾ ਜਾਂ ਨਹੀਂ ਹੋਏਗਾ, ਇਹ ਤੇ ਹਜੇ ਬਾਅਦ ਦੀ ਗੱਲ ਹੈ। ਤੁਸੀਂ ਇਹ ਦੇਖੋ ਕਿ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਕੀ ਹੈ ਕਿ ਹਾਈ ਕਮਾਨ ਦੀ ਤੁਸੀਂ ਗੱਲ ਕਹਿੰਦੇ ਹੋ, ਹਾਈ ਕਮਾਨ ਮੰਨ ਰਹੀ ਹੈ। ਤੁਸੀਂ ਦੇਖ ਨਹੀਂ ਰਹੇ ਕਿ ਹਾਈ ਕਮਾਨ ਦੇ ਖੜਗੇ ਸਾਹਿਬ ਹੋਣ, ਕੇਸੀ ਵੇਣੂਗੋਪਾਲ ਹੋਣ, ਰਾਹੁਲ ਗਾਂਧੀ ਹੋਣ, ਉਹ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨਾਲ ਪਿੰਗਾ ਵਧਾ ਰਹੇ ਨੇ, ਤੇ ਤੁਸੀਂ ਇੱਥੇ ਇਹ ਗੱਲ ਕਹਿ ਰਹੇ ਹੋ ਕਿ ਸਾਡਾ ਕੋਈ ਵੀ ਅਲਾਈਅੰਸ ਨਹੀਂ ਹੋਣਾ। ਥੋੜੀ ਵੇਟ ਕਰੋ। ਔਰ ਨਾਲ ਦੇ ਨਾਲ ਤਕਰੀਬਨ ਪੰਜਾਬ ਦੇ ਉਹ ਸਾਰੇ ਕਾਂਗਰਸੀ ਜਿਹੜਾ ਇਸ ਪ੍ਰਪੋਜ਼ਡ ਅਲਾਈਅੰਸ ਦਾ ਵਿਰੋਧ ਕਰ ਰਹੇ ਨੇ, ਉਹ ਇੱਕ ਲਾਈਨ ਜ਼ਰੂਰ ਐਡ ਕਰ ਦਿੰਦੇ ਨੇ, ਜਿੱਦਾਂ ਕਹਿੰਦੇ ਨੇ ਕੰਡੀਸ਼ਨ ਅਪਲਾਈ। ਜੇ ਹਾਈ ਕਮਾਨ ਕੋਈ ਫੈਸਲਾ ਕਰਦਾ ਹੈ ਤੇ ਉਹਨੂੰ ਸਵੀਕਾਰ ਕਰਾਂਗੇ, ਯਾਨੀ ਹਾਈ ਕਮਾਨ ਦਾ ਫੈਸਲਾ ਸਰਵ ਮਾਨਿਆ ਹੋਵੇਗਾ। ਹਾਈ ਕਮਾਨ ਨੂੰ ਫੈਸਲਾ ਤੇ ਕਰਨ ਦਿਓ। ਜਦ ਪੰਜਾਬ ਦੀ ਲੀਡਰਸ਼ਿਪ ਇਹ ਗੱਲ ਕਹਿੰਦੀ ਹੈ ਕਿ ਸਾਨੂੰ ਕੋਈ ਹੁਕਮ ਨਹੀਂ ਆਇਆ, ਸਾਨੂੰ ਕਿਹਾ 13 ਦੀ 13 ਸੀਟਾਂ ਦੇ ਉੱਤੇ ਤਿਆਰੀ ਕਰੋ, ਇਹਨਾਂ ਨੂੰ ਇਹ ਵੀ ਪੁੱਛ ਲਓ ਕਿ ਹਾਈ ਕਮਾਨ ਨੇ ਤੁਹਾਨੂੰ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਅਲਾਈਅੰਸ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੋਏਗਾ? ਜੇ ਕਿਹਾ ਤੇ ਫਿਰ ਤੁਸੀਂ ਅੱਗੇ ਵਧੋ, ਫਿਰ ਕਿਸ ਗੱਲ ਦੀ ਡਰਨੀ ਹੈ? ਜਦ ਤੁਸੀਂ ਇਸ ਗੱਲ ਦਾ ਜ਼ਿਕਰ ਕਰਦੇ ਹੋ ਕਿ ਸਾਡਾ ਅਲਾਈਅੰਸ ਆਮ ਆਦਮੀ ਪਾਰਟੀ ਨਾਲ ਬਿਲਕੁਲ ਨਹੀਂ ਹੋਏਗਾ, ਉਹਦੇ ਵਿੱਚ ਹਾਈ ਕਮਾਨ ਤੋਂ ਲਿੱਤੀ ਹੋਈ ਕਲੈਰੀਫਿਕੇਸ਼ਨ ਨੂੰ ਵੀ ਤੇ ਅੱਗੇ ਵਧਾਓ। ਪਿਛਲੇ ਦਿਨਾਂ ਦੇ ਵਿੱਚ ਨਵੇਂ ਬਣੇ CWC ਮੈਂਬਰ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਕਿਸੇ ਕਾਂਗਰਸੀ ਆਗੂ ਨੂੰ ਕਾਨੀ ਚ ਕਿਹਾ, ਸਾਡੇ ਕੋਲ ਚਲੋ ਕਾਨੀ ਚੋਂ ਗੱਲ ਆ ਗਈ, ਉਹ ਕਿਹਾ ਕਿ ਵੀ ਮੇਰੀ ਗੱਲ ਹੋ ਗਈ ਹੈ ਹਾਈ ਕਮਾਨ ਨਾਲ, ਤੇ ਹਾਈ ਕਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਘੱਟ ਤੋਂ ਘੱਟ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦਾ ਅਲਾਈਅੰਸ ਨਹੀਂ ਹੋਏਗਾ। ਹੁਣ ਅਗਰ ਵਾਕਈ ਚੰਨੀ ਸਾਹਿਬ ਨੂੰ ਹਾਈ ਕਮਾਨ ਨੇ ਇਹ ਮੈਸੇਜ ਦੇ ਦਿੱਤਾ ਤੇ ਉਹ ਸਪੀਕਰ ਤੇ ਲਾਊਡ ਸਪੀਕਰ ਤੇ ਕਿਉਂ ਨਹੀਂ ਕਹਿੰਦੇ ਕਿ ਵੀ ਸਾਡੀ ਹਾਈ ਕਮਾਨ ਨੇ ਕਲੀਅਰ ਕਰਤਾ? ਉੱਥੇ ਦੀ ਹਾਈ ਕਮਾਨ, ਜਦ ਦਿੱਲੀ ਦੇ ਵਿੱਚ ਅਲਕਾ ਲਾਂਬਾ ਨੇ ਬਿਆਨ ਦਿੱਤਾ ਸੀਗਾ ਵੀ 7 ਸੀਟਾਂ ਦੇ ਉੱਤੇ ਆਪਾਂ ਲੜਾਂਗੇ, ਤੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਜਾਂ ਹਾਈ ਕਮਾਨ ਨੇ ਅੱਖ ਦਿਖਾਈ ਸੀਗੀ। ਅਗਲੇ ਦਿਨ ਹੀ ਕਾਂਗਰਸ ਨੇ ਕਿਹਾ ਸੀ ਵੀ ਨਹੀਂ, ਅਲਕਾ ਲਾਂਬਾ ਕੌਣ ਹੁੰਦੀ ਹੈ 7 ਸੀਟਾਂ ਦੇ ਉੱਤੇ ਇਕੱਲੇ ਲੜਨ ਵਾਲੀ? ਉਦਾਂ ਦੀ ਹੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ। ਪੰਜਾਬ ਦੇ ਵਿੱਚ ਬਿਆਨਬਾਜ਼ੀ ਚਰਮ ਸੀਮਾ ਤੇ ਹੈ। ਇਹ ਅਲਾਈਅੰਸ ਹੋਏ ਨਾ ਹੋਏ, ਉਸ ਤੋਂ ਪਹਿਲੇ ਕਿਤੇ ਕਾਂਗਰਸ ਹੀ ਦੋ ਫਾੜ ਨਾ ਹੋ ਜਾਏ ਇਸ ਅਲਾਈਅੰਸ ਦੇ ਮੁੱਦੇ ਤੇ। ਸਥਿਤੀ ਏਦਾਂ ਦੀ ਬਣੀ ਹੋਈ ਹੈ, ਪਤਾ ਨਹੀਂ ਕਿੰਨੀ ਦੇਰ ਤੱਕ ਹੋਰ ਬਣੇਗੀ। ਔਰ ਆ ਜਿਹੜਾ ਰਾਜਾ ਵੜਿੰਗ ਉਹਨਾਂ ਨੂੰ ਵਿਜੀਲੈਂਸ ਦੀ ਫਾਈਲਾਂ ਖੁੱਲਣ ਦੀ ਖਬਰ ਆਈ ਹੈ, ਹਜੇ ਤੱਕ ਵਿਜੀਲੈਂਸ ਵਿਭਾਗ ਨੇ ਅਧਿਕਾਰਿਕ ਤੌਰ ਤੇ ਏਦਾਂ ਦੀ ਗੱਲ ਨਹੀਂ ਦੱਸੀ, ਲੇਕਿਨ
ਸਿਰਫ ਇੱਕ ਖਬਰ ਹੀ ਉਡਾਈ ਜਾਂਦੀ ਹੈ ਤੇ ਉਹਦੇ ਨਾਲ ਹੀ ਬਾਜਵਾ ਸਾਹਿਬ ਦਾ ਇਹ ਬਿਆਨ ਆ ਜਾਂਦਾ। ਦੇਖੋ ਤੁਸੀਂ ਇੱਕ ਪਾਸੇ ਰਾਜਨੀਤੀ ਦੀ ਗੱਲ ਕਰਦੇ ਹੋ, ਦੂਜੇ ਪਾਸੇ ਸਾਡੇ ਵੱਡੇ ਆਗੂ ਭਾਸਕਰ ਸਾਹਿਬ, ਮੈਂ ਤੁਹਾਨੂੰ ਕਰੈਕਟ ਕਰ ਦਿਆਂ। ਸਾਡੀ ਸੋਚਣਾ ਹੈ, ਇਸ ਬਾਰੇ ਅਸੀਂ ਕਨਫਰਮ ਕਰ ਰਹੇ ਹਾਂ ਕਿ ਵਿਜੀਲੈਂਸ ਨੇ ਇਹ ਜਾਂਚ ਅੱਗੇ ਵਧਾਈ ਹੈ। ਵਿਜੀਲੈਂਸ ਦੇ ਸਰੋਤਾਂ ਨੇ ਇਹ ਸਾਨੂੰ ਕੱਲ ਹੀ ਦੱਸਿਆ ਸੀਗਾ ਕਿ ਜਦੋਂ ਇਹ ਮਾਮਲਾ ਮੁੱਖ ਮੰਤਰੀ ਸਾਹਿਬ ਨੇ ਟੇਕ ਅਪ ਕੀਤਾ ਇੱਕ ਜਨਤਕ ਰੈਲੀ 'ਚ, ਉਸ ਤੋਂ ਬਾਅਦ ਇਹਦੇ ਤੇ ਵਿਧੀਵਤ ਅੱਗੇ ਜਾਂਚ ਤੁਰ ਪਈ ਹੋਈ ਹੈ ਔਰ ਮੁੱਢਲੇ ਤੌਰ ਤੇ ਜਿੰਨੇ ਵੀ ਦਸਤਾਵੇਜ਼ ਆ ਉਹਨਾਂ ਦੀ ਨਜ਼ਰਸਾਨੀ ਹੋ ਗਈ। ਇਸ ਤੋਂ ਬਾਅਦ ਕਦੋਂ ਕੀ ਹੋਵੇ ਇਹ ਕੋਈ ਵੱਡੀ ਗੱਲ ਨਹੀਂ, ਕਦੋਂ ਨੋਟਿਸ ਭੇਜਿਆ ਜਾਵੇ ਜਾਂ ਵੇਟ ਕਰ ਲਈ ਜਾਵੇ ਕਿ ਗੱਠਜੋੜ ਦੇ ਦੌਰਾਨ, ਗੱਲਬਾਤ ਦੇ ਦੌਰਾਨ ਨਾ ਭੇਜਿਆ ਜਾਵੇ, ਲੇਕਿਨ ਤਲਵਾਰ ਪੂਰੀ ਤਰ੍ਹਾਂ ਲਟਕੀ ਹੋਈ ਹੈ। ਮੈਂ ਭਾਸਕਰ ਸਾਹਿਬ ਮੁੜ ਕੇ ਤੁਹਾਡੇ ਵੱਲ ਆਉਣਾ, ਲੇਕਿਨ ਇੰਦਰਪ੍ਰੀਤ ਜੀ ਇੱਕ ਸਵਾਲ ਮੇਰੇ ਜ਼ਿਹਨ 'ਚ ਬੜੇ ਦੇਰ ਦਾ ਘੁੰਮੀ ਜਾਂਦਾ ਹੈ ਕਿ ਤੁਹਾਨੂੰ ਮੁਸ਼ਕਲ ਕੀ ਹੈ ਬਈ, ਰਾਜਾ ਵੜਿੰਗ ਹੋਣ ਜਾਂ ਫਿਰ ਬਾਕੀ ਉਹਨਾਂ ਦੇ ਜਿੰਨੇ ਵੀ ਹੋਰ ਹੋਣ, ਜੇ ਤੁਹਾਡੇ ਸੁਪਰੀਮੋ ਰਾਹੁਲ ਗਾਂਧੀ ਨੂੰ ਸੱਦਿਆ ਗਿਆ, ਈਡੀ ਵੱਲੋਂ ਤਲਬ ਕੀਤਾ ਗਿਆ, ਤਾਂ ਉਹ ਈਡੀ ਤੇ ਪੇਸ਼ ਹੋਏ। ਉਹਨਾਂ ਨੇ ਈਡੀ ਤੇ ਪੇਸ਼ ਹੋ ਕੇ ਕੋਈ ਸ਼ਿਕਵਾ ਤਾਂ ਨਹੀਂ ਕੀਤਾ ਨਾ, ਠੀਕ ਹੈ ਵੈਂਡੇਟਾ ਪੋਲਿਟਿਕਸ ਕਹੀ ਗਈ, ਪਰ ਤੁਸੀਂ ਪੂਰੇ ਦੇਸ਼ ਦੇ ਵਿੱਚ ਇਹਨੂੰ ਇਵੈਂਟ ਬਣਾ ਲਿਆ, ਤੁਸੀਂ ਪੂਰੇ ਤਰ੍ਹਾਂ ਇਹਨੂੰ ਬਣਾਇਆ। ਹੁਣ ਪੰਜਾਬ ਦੇ ਵਿੱਚ ਤੁਸੀਂ ਜਦੋਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਡਰਨੇ ਹੋ, ਘਬਰਾ ਜਾਂਦੇ ਹੋ ਵੀ ਸਾਡੇ, ਠੀਕ ਹੈ, ਜੇਕਰ ਉਹ ਜਾਂਚ ਕਰਾਉਣਾ ਚਾਹੁੰਦੇ ਆ ਤੁਹਾਡੇ ਕਿਸੇ ਟਨਿਓਰ ਦੀ, ਤੁਹਾਡੇ ਕਿਸੇ ਪਰਚੇਜ ਦੀ, ਤਾਂ ਚੱਲਣ ਦਿਓ ਨਾ। ਜੇ ਤੁਸੀਂ ਕੁਝ ਨਹੀਂ ਕੀਤਾ ਤੇ ਫਿਰ ਤੁਹਾਨੂੰ ਘਬਰਾਉਣ ਦੀ ਕੀ ਲੋੜ ਆ, ਡਰਨ ਦੀ ਕੀ ਲੋੜ ਆ? ਪੂਰੇ ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਤੋਂ ਲੈ ਕੇ ਹਰ ਜਗ੍ਹਾ ਜਿਹਦੀ ਵੀ ਜਾਂਚ ਹੋਵੇ ਉਹਨੂੰ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ। ਇਹ ਇੰਦਰਪ੍ਰੀਤ ਜੀ ਇੱਕ ਮਾਮਲਾ ਹੈ, ਪਿਛਲੇ ਦਿਨਾਂ 'ਚ ਰਾਜਕੁਮਾਰ ਚੱਬੇਵਾਲ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਸ਼ਾਇਦ ਉਹ ਹਾਈ ਕੋਰਟ ਦੇ ਵਿੱਚੋਂ ਅਗਾਊਂ ਜ਼ਮਾਨਤ ਲੈ ਕੇ ਆਏ ਆ, ਹੋਰ ਵੀ ਵਿਅਕਤੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ। ਭਗਵੰਤ ਮਾਨ ਫਿਰ ਇਹ ਵੀ ਕਹਿਣਗੇ ਕਿ ਸਾਡੇ ਵੀ ਕੋਟ ਫੱਤਾ ਅੰਦਰ ਸੀਗੇ ਗਏ। ਇਸੇ ਤਰੀਕੇ ਨਾਲ ਸਾਬਕਾ ਸਿਹਤ ਮੰਤਰੀ ਨੇ, ਉਹਨਾਂ ਦਾ ਜ਼ਿਕਰ ਹੈ, ਸਰਾਰੀ ਨੂੰ ਅਹੁਦਾ ਛੱਡਣਾ ਪਿਆ। ਸੋ ਜਿਹੜੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਆ ਉਹ ਭਾਵੇਂ ਸਾਡੇ ਆਪਣੇ ਹੋਣ, ਭਾਵੇਂ ਗੱਠਜੋੜ ਦੇ ਲੋਕ ਹੋਣ, ਉਹ ਤਾਂ ਚੱਲਦੀ ਰਹੇਗੀ। ਔਰ ਇਹ ਕਿਸੇ ਮੁੱਖ ਮੰਤਰੀ ਦੇ ਕਹਿਣ ਤੋਂ ਬਿਨਾਂ ਉਹਦਾ ਸਰਨਾ ਵੀ ਨਹੀਂ, ਗੁਜ਼ਾਰਾ ਵੀ ਨਹੀਂ ਹੋਣਾ, ਜਿਹਦੀ ਸਾਰੀ ਲੜਾਈ ਕਰਪਸ਼ਨ ਦੇ ਖਿਲਾਫ ਚੱਲ ਰਹੀ ਹੋਵੇ। ਕੀ ਕਹਿੰਦੇ ਹੋ? ਰੰਧਾਵਾ ਤਾਂ ਬਿਲਕੁਲ ਠੀਕ ਹੈ, ਪਰ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਜਿਹੜੀ ਇਹ ਤੁਸੀਂ 3 ਨਾਂ ਲਏ ਨੇ ਆਮ ਆਦਮੀ ਪਾਰਟੀ ਦੇ, ਜਿਨ੍ਹਾਂ 'ਚ 2 ਦੇ ਖਿਲਾਫ ਤਾਂ ਕਾਰਵਾਈ ਹੋਈ, 1 ਨੂੰ ਅਹੁਦਾ ਛੱਡਣਾ ਪਿਆ। ਉਸ ਤੋਂ ਬਾਅਦ ਆਪੋਜੀਸ਼ਨ ਕਾਫੀ ਰੌਲਾ ਪਾਉਂਦੀ ਰਹੀ ਹੈ, ਚਾਹੇ ਉਹ ਕਟਾਰੂ ਚੱਕ ਦੇ ਮਾਮਲੇ 'ਚ ਹੋਵੇ, ਚਾਹੇ ਕਿਸੇ ਹੋਰ ਮਾਮਲੇ 'ਚ ਹੋਵੇ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈਗੀ। ਤੇ ਹੁਣ ਵੀ ਤੁਸੀਂ ਦੇਖੋ, ਅਗਰ ਹੁਣ ਵੀ ਇਹ ਠੀਕ ਹੈ ਕਿ ਜਿੰਨੀ ਵੀ ਕਾਰਵਾਈਆਂ ਹੋ ਰਹੀਆਂ, ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜਾ ਕੇਸ ਉਹਨਾਂ ਦੇ ਖਿਲਾਫ ਹੈਗਾ ਰਾਜਾ ਵੜਿੰਗ ਦੇ, ਉਹ ਕੇਸ ਕਰ ਲੈਣ। ਤੁਹਾਨੂੰ ਯਾਦ ਹੋਊਗਾ ਜਦੋਂ ਭਾਰਤ ਭੂਸ਼ਣ ਆਸ਼ੂ ਹੋਣੀ ਬਾਹਰ ਨਿਕਲ ਕੇ ਆਏ ਸੀ ਤੇ ਆਂਦੇ ਸਾਰ ਪਹਿਲਾਂ ਉਹਨਾਂ ਨੇ ਜਿਹੜਾ ਸਮਾਰੋਹ ਉੱਥੇ ਕਾਂਗਰਸ ਭਵਨ ਦੇ ਵਿੱਚ ਕੀਤਾ ਸੀ ਨਾ, ਤਾਂ ਉਹਨਾਂ ਦੇ ਉਹ 'ਚ ਇਹ ਲੱਗਿਆ ਵੀ ਜੇਲ੍ਹ ਤਾਂ ਜੇਲ੍ਹ ਹੁੰਦੀ ਹੈ। ਇਹ ਕਹਿਣਾ ਹੀ ਸੌਖਾ ਹੁੰਦਾ ਹੈ ਕਿ ਜੇਲ੍ਹ ਕੋਈ ਗੱਲ ਨਹੀਂ, ਜਾਇਆ ਨਹੀਂ, ਤੁਸੀਂ ਕਰ ਲਓ ਅੰਦਰ ਜਿਹੜਾ ਕਰਨਾ ਹੈ, ਪਰ ਜੇਲ੍ਹ ਤਾਂ ਜੇਲ੍ਹ ਹੁੰਦੀ ਹੈ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੇ ਲੀਡਰਸ ਹੈਗੇ ਨੇ, ਇਹਨਾਂ ਨੂੰ ਇਹ ਚੀਜ਼ਾਂ ਤੋਂ ਡਰ ਵੀ ਲੱਗਣ ਲੱਗ ਗਿਆ, ਕਿਉਂਕਿ ਕਰਪਸ਼ਨ ਦੇ ਕੇਸ 'ਚ ਅੰਦਰ ਜਾਣਾ ਔਰ ਪੋਲੀਟੀਕਲ ਕੇਸਾਂ ਦੇ ਵਿੱਚ ਅੰਦਰ 'ਚ ਜਾਣ 'ਚ ਫਰਕ ਹੈਗਾ। ਮੈਨੂੰ ਲੱਗਦਾ ਕਿ ਥੋੜਾ ਜਿਹਾ ਇਹਦਾ ਡਰ ਹੈਗਾ ਕਿ ਕਿਤੇ ਸਾਡੇ ਨਾਲ ਜ਼ਿਆਦਾ ਜ਼ਿਆਦਤੀ ਨਾ ਹੋਵੇ। ਪਰ ਉਹ ਤੁਹਾਡੀ ਗੱਲ ਠੀਕ ਹੈ ਕਿ ਦੇਖੋ ਅੱਜ ਭਾਰਤ ਭੂਸ਼ਣ ਆਸ਼ੂ ਹੋਰੀ ਵੀ ਜਿਹੜੇ ਆਏ ਹੋਏ ਹੈ, ਉਹਨਾਂ ਦੇ ਖਿਲਾਫ ਇਹ ਨਹੀਂ ਕਿ ਜਾਂਚ ਰੁਕੀ ਹੈ, ਲਗਾਤਾਰ ਈਡੀ ਵੀ ਉਹ ਕਰ ਰਹੀ ਹੈ। ਹੁਣੀ ਪਿੱਛੇ ਜੇ ਉਹਨਾਂ ਦੇ ਘਰਾਂ ਦੇ ਵਿੱਚ ਛਾਪਾ ਮਾਰੀ ਹੋਈ, ਜਦੋਂ ਕਿੰਨੇ ਕੁਝ ਪਕੜਿਆ ਗਿਆ, ਮਤਲਬ ਇਹ ਖਬਰਾਂ ਆਈਆਂ ਨੇ, ਹਜੇ ਤੱਕ ਉਹਨਾਂ ਨੇ ਕੋਈ ਅਧਿਕਾਰਿਕ ਤੌਰ ਤੇ ਤਾਂ ਨਹੀਂ ਦੱਸਿਆ ਵੀ ਕੀ ਕੁਝ ਪਕੜਿਆ ਗਿਆ, ਲੇਕਿਨ ਖਬਰਾਂ ਇਹ ਨਸ਼ਰ ਹੋਈਆਂ ਨੇ। ਸੋ ਇਹ ਡਰ ਹੈਗਾ। ਤੁਸੀਂ ਇਹ ਨਾ ਕਹੋ ਕਿ ਕੇਸ ਚੱਲਣ ਦਿਓ, ਕੇਸ ਜਦੋਂ ਪੈਂਦੇ ਹੈ ਤੇ ਜਦੋਂ ਫਿਰ ਅੰਦਰ ਜਾਣਾ ਪੈਂਦਾ ਤਾਂ ਫਿਰ ਉਹ ਮੁਸ਼ਕਿਲ ਬਹੁਤ ਹੁੰਦੀ ਹੈ। ਤਾਂ ਮੈਨੂੰ ਲੱਗਦਾ ਕਿ ਉਹ ਵਾਲੇ ਹੁਣ ਇਹ ਲੀਡਰ ਨਹੀਂ ਹੈਗੇ ਵੀ ਜਿਵੇਂ ਪਹਿਲਾਂ ਲਾ ਜਾਂਦੇ ਸੀ 15-15 ਸਾਲ ਜਾਂ 10-10 ਸਾਲ ਵੀ ਕੋਈ ਗੱਲ ਨਹੀਂ, ਬੈਠੇ ਅੰਦਰ ਹੀ। ਹੁਣ ਉਦਾਂ ਦੀ ਲੀਡਰਸ਼ਿਪ ਕਿਸੇ ਵੀ ਪਾਰਟੀ ਕੋਲ ਹੈ ਨਹੀਂ ਹੈ। ਆਪ ਤੁਸੀਂ ਪੁਰਾਣੀਆਂ ਗੱਲਾਂ ਕਰ ਰਹੇ ਹੋ। ਮੈਨੂੰ ਲੱਗਦਾ ਤੁਹਾਡੀ ਗੱਲ 'ਚ ਬਹੁਤ ਵਜਨ ਹੈ ਕਿ ਅੰਦਰ ਜਾਣਾ ਬਹੁਤ ਔਖਾ ਹੈ। ਜੇਲ੍ਹ ਜਾਣ ਦੇ ਦਮਗਜੇ ਮਾਰਨੇ ਤੇ ਜੇਲ੍ਹ ਦੇ ਵਿੱਚ ਜਾਣਾ, ਇਹ 2 ਬਿਲਕੁਲ ਵਿਪਰੀਤ ਪਰਿਸਥਿਤੀਆਂ ਹੁੰਦੀਆਂ ਨੇ। ਲੇਕਿਨ ਮੈਨੂੰ ਇੰਝ ਲੱਗਦਾ ਕਿ ਜੇਕਰ ਤੁਸੀਂ ਅੰਦਰ ਜਾਣ ਦੀ ਸਥਿਤੀ 'ਚ ਹੈਗੇ ਹੋ, ਤੁਹਾਨੂੰ ਪਤਾ ਹੈ ਕਿ ਫਾਈਲਾਂ 'ਚ ਇੰਨਾ ਕੁਝ ਹੈਗਾ ਵੀ ਤੁਹਾਨੂੰ ਅੰਦਰ ਦੇ ਹੀ ਦੇਣਾ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਦੀ ਆਦਰਸ਼ਵਾਦ ਤੋਂ ਪਾਸੇ ਹੋ ਜਾਣਾ ਚਾਹੀਦਾ। ਅਸੀਂ ਬੜੇ ਦੁੱਧ ਧੋਤੇ ਆ, ਫਿਰ ਨਹੀਂ ਹੋਣਾ ਚਾਹੀਦਾ। ਖੈਰ, ਜਿੰਨਾ ਚਿਰ ਕਿਸੇ ਦੇ ਖਿਲਾਫ ਪੁਖਤਾ ਸਬੂਤ ਨਹੀਂ ਹੋਣਗੇ, ਉਹਨਾਂ ਚਿਰ ਉਹਨਾਂ ਨੂੰ ਅੰਦਰ ਨਹੀਂ ਦਿੱਤਾ ਜਾ ਸਕਦਾ। ਭਾਰਤ ਭੂਸ਼ਣ ਆਸ਼ੂ ਪਾਕ ਸਾਹਿਬ ਬਰੀ ਹੋ ਕੇ ਨਿਕਲਣਗੇ ਤਾਂ ਉਸ ਦਿਨ ਉਹਨਾਂ ਨੂੰ ਕਹਿਣ ਦਾ ਹੱਕ ਹੋਊਗਾ
ਕਿ ਹਾਲਾਂਕਿ ਕੱਲ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਮੀਡੀਆ ਟ੍ਰਾਇਲ ਕਿਉਂ ਕਰਨੇ ਹੋ, ਉਹਨਾਂ ਪੁਲਿਸ ਨੂੰ ਵੀ ਵਰਜਿਆ ਕਿ ਤੁਸੀਂ ਤੁਰੰਤ ਪ੍ਰਭਾਵ ਨਾਲ ਡਿਟੇਲਸ ਕਿਉਂ ਦਿੰਦੇ ਹੋ। ਮੈਨੂੰ ਲੱਗਦਾ ਹੁਣ ਹੋਰ ਔਖਾ ਹੋ ਜੋ ਜਾਣਕਾਰੀ ਕਢਾਉਣੀ। ਅੱਗੇ ਚੱਲਦੇ ਹਾਂ, ਮੈਂ ਦੂਜਾ ਮੁੱਦਾ ਵੀ ਲੈਣਾ ਚਾਹੂੰਗਾ ਤੁਰੰਤ ਪ੍ਰਭਾਵ ਨਾਲ। ਭਾਸਕਰ ਸਾਹਿਬ, ਜਦੋਂ ਆਮ ਆਦਮੀ ਪਾਰਟੀ ਸੱਤਾ ਪ੍ਰਦਰਸ਼ਨ ਕਰ ਰਹੀ ਹੈ, ਆਪਣਾ ਹਰ ਥਾਂ ਕਰ ਰਹੀ ਹੈ, ਸਨਅਤ ਘਰ ਮਿਲਣੀ ਤੋਂ ਲੈ ਕੇ ਰੈਲੀ ਤੱਕ, ਸਮਾਰਟ ਸਕੂਲ ਤੋਂ ਸਕੂਲ ਆਫ ਐਮੀਨੈਂਸ ਤੱਕ ਦਾ ਟਰੈਵਲ ਕਰ ਲਿਆ, ਤਾਂ ਕੁੰਵਰ ਵਿਜੇ ਪ੍ਰਤਾਪ ਇਹਦੇ ਵਿੱਚ ਇਹ ਗੱਲ ਕਰਕੇ ਦਰਅਸਲ ਸੁਨੇਹਾ ਕੀ ਦੇਣਾ ਚਾਹ ਰਹੇ ਸੀ, ਕੀ ਕੱਢਣਾ ਚਾਹ ਰਹੇ ਸੀ? ਕੱਲ ਦੀ ਚਰਚਾ ਹੋਈ ਜਾਂਦੀ ਆ ਕੁੰਵਰ। ਅੱਛਾ, ਇਹ ਵੀ ਇੱਕ ਨਵਾਂ ਟ੍ਰੈਂਡ ਆ। ਕੁੰਵਰ ਵਿਜੇ ਪ੍ਰਤਾਪ ਨੇ ਪੋਸਟ ਜਿਹੜੀ ਉਹਨਾਂ ਨੇ ਲਿਖੀ ਸੀ, ਇੰਦਰਬੀਰ ਸਿੰਘ ਡਾਕਟਰ ਨੇ, ਉਹਦੇ ਉੱਤੇ ਕਮੈਂਟ ਲਿਖਿਆ ਤੇ ਬਾਅਦ ਦੇ ਵਿੱਚ ਉਹ ਪੋਸਟ ਡਿਲੀਟ ਹੋ ਗਈ ਜਾਂ ਕਮੈਂਟ ਡਿਲੀਟ ਹੋ ਗਿਆ। ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਦੇ ਐਮਐਲਏ ਨੇ, ਉਹਨਾਂ ਨੇ ਕੱਲ ਪੁਲਿਸ ਤੇ ਤਰਨਤਾਰਨ ਦੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਹਮਲਾ ਬੋਲਿਆ, ਲੇਕਿਨ ਉਸ ਤੋਂ ਬਾਅਦ ਜੋ ਲਿਖਿਆ ਉਹ ਵੀ ਡਿਲੀਟ ਹੋ ਗਿਆ। ਇਹ ਡਿਲੀਟ ਕਰ, ਇਹ ਦਿਖਾਉਣਾ ਕਿਹਨੂੰ ਚਾਹੁੰਦੇ ਹੁੰਦੇ ਆ ਤੇ ਮਟਾਉਣਾ ਕਦ ਲਈ ਚਾਹੁੰਦੇ ਹੁੰਦੇ? ਮੈਨੂੰ ਤਾਂ ਇਹ ਵੀ ਨਹੀਂ ਸਮਝ ਆਈ। ਜੇ ਖਲੋਤੇ ਹੋ ਤਾਂ ਖਲੋਤੇ ਹੋ, ਫਿਰ ਡਰ ਕਿਉਂ ਜਾਂਦੇ ਹੋ? ਤੁਸੀਂ ਲਿਖਤਾ ਨਾ ਤੇ ਫਿਰ ਜ਼ੁਰਤ ਰੱਖੋ, ਲਿਖਿਆ ਰਹਿਣ ਦਿਓ। ਫਿਰ ਉਹ ਡਿਲੀਟ ਮਾਰਨਾ ਕੀ ਮਤਲਬ? ਮੈਨੂੰ ਤਾਂ ਇੰਝ ਲੱਗਦਾ ਹੁੰਦਾ ਕਿ ਕਿਸੇ ਵੇਲੇ ਲਿਖ ਕੇ ਆਪਣੇ 5-7 ਬੰਦਿਆਂ ਨੂੰ ਕਹਿ ਦਿੱਤਾ ਜਾਂਦਾ ਤੇ ਸਕਰੀਨਸ਼ਾਟ ਲੈ ਕੇ, ਜਾਂ ਤੁਹਾਡੇ ਮੇਰੇ ਵਰਗਿਆਂ ਪੱਤਰਕਾਰਾਂ ਨੂੰ ਵੀ ਇਹਦੇ ਸਕਰੀਨਸ਼ਾਟ ਲੈ ਲਿਓ, ਮੈਂ ਡਿਲੀਟ ਕਰ ਦੇਣੀ ਜੇ, ਜਾਂ ਮੇਰੀ ਡਿਲੀਟ ਕਰਵਾਤੀ ਜਾਣੀ ਹੈ, ਮਤਲਬ ਖਬਰ ਬਣਾ ਲਈ, ਭੱਜ ਕੇ ਧੱਫਾ ਮਾਰ ਕੇ ਭੱਜਣਾ, ਧੱਫਾ ਮਾਰ ਕੇ। ਸੋ ਪੰਜਾਬ ਦੀ ਹੁਣ ਮਨਜਿੰਦਰ ਲਾਲਪੁਰਾ ਦਾ ਬੜਾ ਕਲੀਅਰ ਜਿਹਾ, ਉਹ ਕਹਿੰਦੇ ਜੀ ਇੱਥੇ ਰਿਸ਼ਵਤਖੋਰੀ ਚੱਲ ਰਹੀ ਹੈ, ਕੇਜਰੀਵਾਲ ਸਾਹਿਬ ਦੇ ਅਸੀਂ ਸਿਪਾਹੀ ਆ, ਪਰ ਇੱਥੇ ਰਿਸ਼ਵਤਖੋਰੀ ਚੱਲ ਰਹੀ ਹੈ। ਔਰ ਉਹ ਸਿੱਧਾ ਮੈਨੂੰ ਲੱਗਦਾ ਨਿਸ਼ਾਨੇ ਤੇ ਲੈ ਰਿਹਾ ਐਸਐਸਪੀ ਤਰਨਤਾਰਨ। ਮਨਜਿੰਦਰ ਸਿੰਘ ਲਾਲਪੁਰਾ ਕੋਈ ਅਨਨੋਨ ਬੰਦੇ ਨਹੀਂ ਹੈਗੇ। ਮਨਜਿੰਦਰ ਸਿੰਘ ਲਾਲਪੁਰਾ, ਜਿਨ੍ਹਾਂ ਨੂੰ ਯੂਥ ਵਿੰਗ ਦਾ ਆਮ ਆਦਮੀ ਪਾਰਟੀ ਨੇ ਪ੍ਰਧਾਨ ਬਣਾਇਆ ਹੋਇਆ ਸੀ, ਮੀਥੇਰ ਦੇ ਨਾਲ ਮੀਥੇਰ ਇੰਚਾਰਜ ਹੁੰਦੇ ਸੀ। ਔਰ ਤਰਨਤਾਰਨ ਦੇ ਐਸਐਸਪੀ ਵੀ ਕੋਈ ਅਨਨੋਨ ਨਹੀਂ ਹੈਗੇ। ਗੁਰਮੀਤ ਚੌਹਾਨ ਨੂੰ ਕੌਣ ਨਹੀਂ ਜਾਣਦਾ? ਬੜੇ ਵੱਡੇ ਐਨਕਾਊਂਟਰ ਜਿਨ੍ਹਾਂ ਦੀ ਉਹਨਾਂ ਨੇ ਅਗਵਾਈ ਕੀਤੀ ਆ, ਫਰੰਟ ਫੁੱਟ ਤੇ ਲੜਦੇ ਨੇ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ ਵੀ ਜੇ ਐਸਐਸਪੀ ਚਾਹਵੇ ਤਾਂ ਕੀ ਪੱਤਾ ਹਿੱਲ ਸਕਦਾ? ਮਤਲਬ ਸਿੱਧਾ ਨਿਸ਼ਾਨਾ ਐਸਐਸਪੀ ਤੇ ਆ, ਬਾਕੀ ਬਹਾਨੇ ਬੁਨੇ ਤਾਂ ਹੋਰ ਲਾਏ ਵਿੱਚ। ਭਾਸਕਰ ਸਾਹਿਬ, ਜਿੱਥੇ ਤੱਕ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਹੈ, ਪਹਿਲੀ ਵਾਰ ਨਹੀਂ ਹੈ ਜਦ ਉਹਨਾਂ ਨੇ ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾਈ ਹੋਈ ਆਪਣੀ ਹੀ ਸਰਕਾਰ ਨੂੰ ਘੇਰਨ ਵਾਸਤੇ, ਔਰ ਬਾਅਦ ਚੋਂ ਉਹ ਪੋਸਟ ਡਿਲੀਟ ਕਰਦੀ ਹੋਈ। ਤੁਹਾਨੂੰ ਯਾਦ ਹੋਏਗਾ ਜਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਲਾਏ ਗਏ ਸੀਗੇ ਅਰੁਣਪਾਲ ਸਿੰਘ, ਤਦ ਵੀ ਏਦਾਂ ਦੀ ਪੋਸਟ ਉਹਨਾਂ ਨੇ ਪਾਈ ਸੀਗੀ। ਹੁਣ ਕੱਲ ਦਾ ਇਨਸੀਡੈਂਟ ਕੀ ਹੈ? ਜਿਹੜੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ 13 ਤਰੀਕ ਨੂੰ ਕੇਜਰੀਵਾਲ ਉਹਨਾਂ ਆਪ ਆਏ ਸੀ, ਔਰ ਰੈਲੀ ਦੇ ਵਿੱਚ ਕਿਸ ਤਰੀਕੇ ਨਾਲ ਇੰਤਜ਼ਾਮ ਕੀਤੇ ਗਏ, ਬੱਸਾਂ, ਟੀਚਰ, ਔਰ ਸਾਰੀ ਗੱਲਾਂ ਆਪਾਂ ਕਰਕੇ ਹਟੇ ਆਪਣੇ ਪ੍ਰੋਗਰਾਮ ਦੇ ਵਿੱਚ। ਉਸ ਸਕੂਲ ਦੀ ਹੋਂਦ ਦੇ ਉੱਤੇ ਹੀ, ਯਾਨੀ ਸਕੂਲ ਆਫ ਐਮੀਨੈਂਸ ਨਵਾਂ ਬਣਿਆ, ਉਹਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਵਾਲੀ ਉਹ ਪੋਸਟ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ, ਜਦ ਪੋਸਟ ਤੇ ਉਹਨਾਂ ਦੀ ਨਹੀਂ ਸੀ, ਕਮੈਂਟ ਸੀ ਬੇਸਿਕਲੀ ਇੰਦਰਬੀਰ ਸਿੰਘ ਨਿੱਜਰ ਉਹਨਾਂ ਦੀ ਪੋਸਟ ਦੇ ਉੱਤੇ, ਜਿੱਥੇ ਉਹ ਇਹ ਇੱਕ ਰਿਵੋਲੂਸ਼ਨਰੀ ਕਦਮ ਦੱਸਦੇ ਨੇ ਸਕੂਲ ਆਫ ਐਮੀਨੈਂਸ ਦੀ ਓਪਨਿੰਗ ਨੂੰ, ਤੇ ਕਹਿੰਦੇ ਨੇ ਦੱਸੋ ਕਿੱਥੇ ਕੋਈ ਨਵਾਂ ਬਣਿਆ? ਇਹ ਤੇ ਪਿਛਲੀ ਸਰਕਾਰਾਂ ਨੇ ਬਣਾਈ ਸੀ, ਮੈਂ ਆਪ ਗਿਆ ਸੀਗਾ ਇਸ ਸਕੂਲ ਦੇ ਵਿੱਚ। ਔਰ ਦੂਜੇ ਪਾਸੇ ਗੁਰਜੀਤ ਔਜਲਾ ਉਹਨਾਂ ਕਹਿੰਦੇ ਨੇ ਇਹਦਾ ਤਾਂ ਲੈਂਟਰ ਹੀ ਮੇਰੇ 10 ਲੱਖ ਤੋਂ ਪਿਆ ਜਿਹੜਾ ਮੈਂ ਐਮਪੀ ਫੰਡ ਤੋਂ ਦਿੱਤਾ ਸੀਗਾ। ਉਹ ਪੋਸਟ ਪਾ ਕੇ ਥੋੜੀ ਦੇਰ ਬਾਅਦ ਉਹ ਪੋਸਟ ਜਾਂ ਉਹ ਕਮੈਂਟ ਉਹ ਵਿਡਰਾ ਕਰ ਲੈਂਦੇ ਨੇ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਿਹਾ ਸੀ ਕਿ ਉਹ ਜਿਹਦੀ ਪੋਸਟ ਸੀ ਉਹਨੇ ਡਿਲੀਟ ਕਰਤਾ, ਕੁੰਵਰ ਵਿਜੇ ਪ੍ਰਤਾਪ ਨੇ ਨਹੀਂ ਕੀਤਾ ਜੀ। ਤੁਸੀਂ ਪਰ ਜੋ ਚਲੋ ਡਿਲੀਟ ਜਿਹਨੇ ਵੀ ਕੀਤਾ, ਔਰ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਇਹ ਹਾਲ ਹੈਗਾ ਹੈ ਕਿ ਉਹ ਵੱਟਾ ਤੇ ਸੁੱਟਦੇ ਨੇ, ਆਪਣੀ ਹੀ ਸਰਕਾਰ ਦੇ ਤਲਾਬ ਵਿੱਚ ਵੱਟਾ ਸੁੱਟ ਕੇ ਭੱਜ ਜਾਂਦੇ ਨੇ, ਜਾਂ ਫਿਰ ਵੱਟਾ ਫਿਰ ਦੁਬਾਰਾ ਗੋਤਾ ਖਾ ਕੇ ਵੱਟਾ ਹੀ ਸੁੱਟ ਕੇ ਵੱਟਾ ਨਾਲ ਲੈ ਕੇ ਭੱਜ ਜਾਂਦੇ ਨੇ। ਉਹ ਇੱਕ ਅਜੀਬ ਜੀ ਗੱਲ ਹੈਗੀ ਹੈ। ਜਾਂ ਖੜਦੇ ਆ ਤੇ ਫਿਰ ਖੜਨ, ਜੇ ਨਹੀਂ ਖੜਦੇ ਤੇ ਫਿਰ ਫਾਇਦਾ ਕੀ ਹੈ ਵੱਟਾ ਸੁੱਟਣ ਦਾ? ਤੁਸੀਂ ਡਰਦੇ ਵੀ ਹੋ, ਖੜਦੇ ਵੀ ਹੋ। ਆ ਇੱਕ ਅਜੀਬ ਜੀ ਸਥਿਤੀ ਬਣੀ ਹੋਈ ਹੈ। ਔਰ ਡਰਦੇ ਹੋ ਤਾਂ ਕਿਉਂ? ਕਿਉਂਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਹਜੇ ਤੱਕ ਦੀ ਕਾਰਿਆਸ਼ੈਲੀ ਕਹਿ ਲਓ, ਬਤੌਰ ਪੁਲਿਸ ਆਫੀਸਰ ਕਹਿ ਲਓ, ਬਤੌਰ ਐਮਐਲਏ ਕਹਿ ਲਓ, ਉਹ ਏਦਾਂ ਦੀ ਹੈਗੀ ਹੈ ਕਿ ਉਹ ਆਪਣੀ ਹੀ ਪਾਰਟੀ ਨੂੰ ਘੇਰਦੇ ਨਜ਼ਰ ਆਉਂਦੇ ਨੇ, ਆਪਣੀ ਹੀ ਪੰਜਾਬ ਪੁਲਿਸ ਨੂੰ ਘੇਰਦੇ ਨਜ਼ਰ ਆਉਂਦੇ ਨੇ। ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਆਪਣੀ ਹੀ ਰਿਪੋਰਟ ਨੂੰ ਲੈ ਕੇ, ਐਸਆਈਟੀ ਦੀ ਰਿਪੋਰਟ ਨੂੰ ਲੈ ਕੇ ਗੱਲਬਾਤ ਹੋਈ ਸੀ, ਉੱਥੇ ਉਹਨਾਂ ਨੇ ਉਹਨਾਂ ਨੂੰ ਵੀ ਘੇਰਿਆ ਸੀਗਾ। ਸੁਖਬੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਅਕਸਰ ਉਹ ਬਿਆਨਬਾਜ਼ੀ ਕਰਦੇ ਨੇ, ਪਰ ਉਹਨਾਂ ਦੇ ਉੱਤੇ ਹੀ ਕਿੰਤੂ ਪਰੰਤੂ ਉਹ ਜਿਹੜੇ ਬੇਅਦਬੀ ਜਾਂ ਗੋਲੀकांड ਦੇ ਸ਼ਿਕਾਇਤਕਰਤਾ ਕਹਿ ਲਓ, ਵਿਟਨੈਸ ਕਹਿ ਲਓ, ਉਹ ਵੀ ਉਂਗਲ ਉਠਾਉਂਦੇ ਨੇ। ਇਹ ਸਭ ਕੁਝ ਠੀਕ ਨਹੀਂ ਚੱਲ ਰਿਹਾ। ਹੁਣ ਉਹ ਉਸ ਰੈਲੀ ਤੋਂ ਤੇ ਉਸ ਸਕੂਲ ਆਫ ਐਮੀਨੈਂਸ ਦੇ ਫੰਕਸ਼ਨ ਤੋਂ ਤੇ ਗਾਇਬ ਹੁੰਦੇ ਨੇ, ਬਾਅਦ ਚੋਂ ਜਿਹੜੇ ਸਨਅਤਕਾਰਾਂ ਨਾਲ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਤੁਸੀਂ ਵੀ ਉਹ ਇਨਸੀਡੈਂਟ ਦੱਸਿਆ ਸੀ, ਕਿਸੇ ਨੇ ਕਹਿਤਾ ਕਿ ਫਲਾਨੀ ਸੜਕ ਨਹੀਂ ਬਣੀ, ਖੜ ਗਏ, ਤੇ ਜਦ ਉਹ ਕੁੰਵਰ ਵਿਜੇ ਪ੍ਰਤਾਪ ਉਹਨਾਂ ਖੜੇ ਤੇ ਡਰ ਲੱਗਿਆ ਰਾਘਵ ਚੱਡਾ ਉਹਨਾਂ ਨੂੰ, ਪਤਾ ਨਹੀਂ ਕੀ ਕਹਿ ਦੇਣਗੇ। ਉਹ ਕਹਿੰਦੇ ਜੀ ਇਹ ਤੇ ਰੋਡ ਸੈਂਕਸ਼ਨ ਹੋ ਗਈ, ਸਾਹ 'ਚ ਸਾਹ ਆ ਗਿਆ।
ਰਾਘਵ ਚੱਡਾ ਉਹਨਾਂ ਨੇ ਔਰ ਭਗਵੰਤ ਮਾਨ ਉਹਨਾਂ ਨੇ ਲੰਬੀ ਸਾਹ ਲੈ ਕੇ ਇੱਕ ਤਰੀਕੇ ਨਾਲ ਇਹ ਗੱਲ ਕਿ ਸ਼ੁਕਰ ਹੈ ਕੁਝ ਹੋਰ ਨਹੀਂ ਕਹਿਤਾ, ਪਰ ਇਹ ਖਤਰਾ ਆਮ ਆਦਮੀ ਪਾਰਟੀ ਦੀ ਸੁਪਰੀਮੋ ਵਾਸਤੇ ਵੀ ਬਣਿਆ ਹੋਇਆ ਹੈ ਔਰ ਖੁਦ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਵੀ ਬਣਿਆ ਹੋਇਆ ਹੈ। ਇਹਦਾ ਕੱਟੀ ਕੱਟਾ ਕੱਢਣਾ ਪਏਗਾ ਉਹਨਾਂ ਨੂੰ। ਪਰ ਇਹ ਗੱਲਾਂ ਹੁਣ ਲਾਲਪੁਰਾ ਸਾਹਿਬ ਦੀ ਤੁਸੀਂ ਗੱਲ ਕੀਤੀ, ਉਹ ਆਪਣੀ ਹੀ ਸਰਕਾਰ ਨੂੰ, ਹਾਲਾਂਕਿ ਉਹ ਆਪਣੀ ਪਾਈ ਹੋਈ ਪੋਸਟ ਵਿੱਚ ਭਾਸਕਰ ਸਾਹਿਬ ਗੱਲ ਲੰਬੀ ਹੋ ਜਾਣੀ ਹੈ, ਮੈਂ ਇੰਦਰਪ੍ਰੀਤ ਜੀ ਨੂੰ ਸ਼ਾਮਲ ਕਰ ਲਾਂ, ਗੱਲ ਲੰਬੀ ਹੋ ਜਾਣੀ ਆ। ਆਪਾਂ ਇਹ ਪੂਰਾ ਦਾ ਪੂਰਾ ਮਾਮਲਾ ਹੈ ਮਨਜਿੰਦਰ ਲਾਲਪੁਰਾ ਦਾ, ਕੋਈ ਇਹ ਛੋਟਾ ਮਾਮਲਾ ਨਹੀਂ। ਦੂਜੀ ਗੱਲ ਇੰਦਰਪ੍ਰੀਤ ਜੀ ਇਹਦੇ ਵਿੱਚ ਇਹ ਵੀ ਬੜੀ ਅਹਿਮ ਆ ਕਿ ਜਿਹੜੀ ਇਹ ਰੈਲੀ ਸੀ ਇਹ ਕੁੰਵਰ ਵਿਜੇ ਪ੍ਰਤਾਪ ਦੀ ਕਨਸਟੀਟੂਐਂਸੀ ਚ ਸੀਗੀ। ਰਣਜੀਤ ਐਵੀਨਿਊ ਦਾ ਸਥਾਨ ਕੁੰਵਰ ਵਿਜੇ ਪ੍ਰਤਾਪ ਦੇ ਕਾਰਜ ਖੇਤਰ ਚ ਆਉਂਦਾ, ਵਿਧਾਨ ਸਭਾ ਹਲਕੇ ਚ ਆਉਂਦਾ। ਉਹਨਾਂ ਦਾ ਉੱਥੇ ਜ਼ਾਹਰਾ ਤੌਰ ਤੇ ਹਾਜ਼ਰ ਨਾ ਹੋਣਾ, ਲੇਕਿਨ ਪਬਲਿਕ ਚ ਹੋਣਾ। ਗੱਲ ਵੀ ਮੈਂ ਕੀਤਾ ਸੀ ਕਿ ਉਹ ਨਾ ਤਾਂ ਸਟੇਜ ਤੇ ਸੀਗੇ, ਜਿੱਥੇ ਸਟੇਜ ਤੇ ਆਮ ਤੌਰ ਤੇ ਮੰਨ ਲਿਆ ਜਾਂਦਾ, ਹੋ ਸਕਦਾ ਆਮ ਆਦਮੀ ਪਾਰਟੀ ਦਾ ਕਲਚਰ ਨਾ ਹੋਵੇ, ਉਹਨਾਂ ਨੇ 5ਵੀਂ ਕੁਰਸੀ ਨਾ ਲਾਈ ਹੋਵੇ, 4ਥੀ ਕੁਰਸੀ ਜਾਂ 5ਵੀਂ ਕੁਰਸੀ, ਪਰ ਇਹ ਉੱਥੇ ਵੀ ਨਹੀਂ ਸੀ, ਥੱਲੇ ਐਮਐਲਏ ਤੇ ਮੰਤਰੀਆਂ ਵਾਲੀ ਰੋਚ ਵੀ ਸੀਗੇ ਨਹੀਂ। ਲੇਕਿਨ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਸਕਰੀਨਸ਼ਾਟ ਭੇਜੇ ਕਿ ਕੁੰਵਰ ਵਿਜੇ ਪ੍ਰਤਾਪ ਜੀ ਉੱਥੇ ਸੀਗੇ ਰੈਲੀ 'ਚ, ਲੇਕਿਨ ਲੋਕਾਂ 'ਚ ਬੈਠੇ ਸੀ। ਔਰ ਉਹਨਾਂ ਦੇ ਇੱਕ ਨਜ਼ਦੀਕੀ ਦਾ ਇਹ ਮੰਨਣਾ ਹੈ ਕਿ ਉਹ ਕਹਿੰਦੇ ਜੀ ਮੈਂ ਇਹਨਾਂ ਦੇ ਵਿੱਚ ਕਿਉਂ ਬੈਠਾ। ਉਹ ਆਪਣੇ ਆਪ ਨੂੰ ਉਸ ਲੈਵਲ ਦਾ ਮੰਨਦੇ ਆ ਜਿੱਥੇ ਉਹਨਾਂ ਦਾ ਮਿਨਿਸਟਰ ਹੋਣਾ, ਦੂਜੇ ਨੰਬਰ ਦਾ ਮਿਨਿਸਟਰ ਹੋਣਾ ਬੜਾ ਜਾਇਜ਼ ਸੀ, ਬਣਦਾ ਸੀ। ਇਹ ਉਹਨਾਂ ਦਾ ਦਰਦ ਰਹਿੰਦਾ, ਸੋ ਲੋਕਾਂ 'ਚ ਬਹਿਣਾ ਉਹਨਾਂ ਪਸੰਦ ਕੀਤਾ। ਪਰ ਇਹ ਸੱਚ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਨਵਜੋਤ ਸਿੰਘ ਸਿੱਧੂ ਵਾਂਗ ਉਹ ਵੀ ਜਿਵੇਂ ਇੰਝ ਹੀ ਕਰ ਰਿਹਾ, ਉਹਨਾਂ ਨੂੰ ਲੀਕ ਖਿੱਚਣੀ ਚਾਹੀਦੀ ਲੋਕਾਂ ਨੂੰ। ਜੇ ਲੜਨਾ ਹੈ ਜਾਂ ਨਹੀਂ ਲੜਨਾ, ਸਮਝੌਤੇ ਤੇ ਰਹਿਣਾ ਤਾਂ ਸਮਝੌਤੇ ਤੇ ਰਹੋ, ਜੇ ਲੜਨਾ ਹੈ ਤੇ ਲੜੋ। ਹੁਣ ਤਾਂ ਮੈਨੂੰ ਲੱਗਦਾ ਤੁਹਾਡੀਆਂ ਪਾਰਟੀਆਂ ਨੇ ਵੀ ਮੰਨ ਲਿਆ ਵੀ ਇਹ ਇੰਨੀ ਕੁ ਲੜਾਈ ਲੜਦੇ ਆ ਜਿੰਨੀ ਕੁ ਲੜ ਰਹੇ ਆ। ਕੀ ਕਹਿੰਦੇ ਰੰਧਾਵਾ ਸਾਹਿਬ, ਤੁਹਾਨੂੰ ਯਾਦ ਹੋਊਗਾ ਉਹ ਵਾਲੀ ਮੀਟਿੰਗ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਪਣਾ ਅਸਤੀਫਾ ਲੈ ਕੇ ਮਿਲੇ ਸੀਗੇ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬਹੁਤ ਸਮਝਾਇਆ ਸੀ ਕਿ ਵੀ ਇਹ ਕਦਮ ਨਾ ਉਠਾਓ, ਇਹ ਕਦਮ ਬਹੁਤ ਵੱਡਾ ਕਦਮ ਹੈ ਔਰ ਇਹ ਨਹੀਂ ਉਠਾਉਣਾ ਚਾਹੀਦਾ ਤੁਹਾਨੂੰ। ਤੇ ਉਹ ਲੇਕਿਨ ਹਾਈ ਕੋਰਟ ਦੇ ਫੈਸਲੇ ਤੋਂ ਇਹਨੇ ਮਤਲਬ ਜਿਹਨੂੰ ਕਹਿੰਦੇ ਵਿਚਲਿਤ ਸੀਗੇ, ਦੁਖੀ ਸੀ ਕਿ ਉਹਨਾਂ ਨੇ ਇਸ ਤੇ ਅਸਤੀਫਾ ਦੇਣਾ ਬਿਹਤਰ ਸਮਝਿਆ। ਉਹਨਾਂ ਨੇ ਕਿਹਾ ਵੀ ਹੱਥ ਬੰਨ ਕੇ ਲੜਿਆ ਨਹੀਂ ਜਾ ਸਕਦਾ, ਇਹ ਸ਼ਬਦ ਉਹਨਾਂ ਨੇ ਯੂਜ਼ ਵੀ ਕੀਤੇ ਸੀ ਵੀ ਹੱਥ ਬੰਨ ਕੇ ਨਹੀਂ ਲੜਿਆ ਜਾ ਸਕਦਾ, ਮੈਦਾਨ 'ਚ ਤਾਂ ਖੁੱਲ੍ਹੇ ਹੀ ਲੜਿਆ ਜਾਊਗਾ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਵਕਾਲਤ ਵੀ ਕੀਤੀ ਹੋਈ ਹੈ ਔਰ ਮੈਂ ਕੇਸ ਨੂੰ ਛੋੜੂੰਗਾ ਵੀ ਨਹੀਂ, ਇਸ ਕੇਸ ਨੂੰ ਮੈਂ ਖੁਦ ਲੜੂੰਗਾ ਹਾਈ ਕੋਰਟ ਦੇ ਵਿੱਚ। ਸੋ ਉਹ ਜਦੋਂ ਉਹਨਾਂ ਦਾ ਜਿਹੜਾ ਸਟੈਪ ਸੀ, ਜਾਂ ਤੁਸੀਂ ਉਹਨੂੰ ਕਦਮ ਨੂੰ ਅਗਰ ਦੇਖੋ ਤਾਂ ਲੱਗਦਾ ਸੀ ਕਿ ਯਾਰ ਬੰਦਾ ਨਾ ਬੜਾ ਦ੍ਰਿੜ ਇਰਾਦੇ ਵਾਲਾ ਹੈ, ਬੜਾ ਖੜਨ ਵਾਲਾ ਆਦਮੀ ਹੈ। ਤੇ ਔਰ ਇਹਦਾ ਅਸਰ ਵੀ ਪੂਰੇ ਪੰਜਾਬ 'ਚ ਗਿਆ ਔਰ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ। ਇਸੇ ਕਦਮ ਕਰਕੇ ਹੀ ਉਹਨਾਂ ਦੇ ਪ੍ਰਤੀ ਲੋਕਾਂ ਨੇ ਵਿਸ਼ਵਾਸ ਜਤਾਇਆ ਔਰ ਉਹਨੂੰ ਜਿਤਾਇਆ। ਤੁਹਾਨੂੰ ਯਾਦ ਹੋਊਗਾ ਉਦੋਂ ਮੀਟਿੰਗ ਦੇ ਉੱਥੇ ਰੈਲੀ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਹੁਣੀ ਕਹਿ ਕੇ ਗਏ ਸੀ ਵੀ ਤੁਸੀਂ ਇਹਨਾਂ ਨੂੰ ਐਮਐਲਏ ਬਣਾ ਦਿਓ, ਹੋਮ ਮਿਨਿਸਟਰ ਤਾਂ ਮੈਂ ਹੀ ਬਣਾ ਦੂੰਗਾ। ਉਹ ਜਿਹੜੀ ਇੱਕ ਗੱਲ ਉਹ ਲੱਗਦਾ ਉਹ ਹਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਹੈਗੇ ਆ ਉਹਨੂੰ ਦਿਲ ਨਾਲ ਲਾਈ ਬੈਠੇ ਆ ਵੀ ਕਿਹਾ ਤਾਂ ਸੀ ਅਰਵਿੰਦ ਕੇਜਰੀਵਾਲ ਨੇ, ਪਰ ਪੂਰਾ ਕੀਤਾ ਨਹੀਂਗਾ। ਹੋਮ ਮਿਨਿਸਟਰ ਤਾਂ ਦੂਰ, ਮੈਨੂੰ ਮਿਨਿਸਟਰ ਵੀ ਨਹੀਂ ਬਣਾਇਆ ਅਜੇ ਤੱਕ। ਵੀ ਇਹ ਦੇਖੋ ਹੁੰਦੀ ਹੈ, ਇਹ ਹਮੇਸ਼ਾ ਤੋਂ ਹੀ ਹੁੰਦਾ ਹੈ ਕਿ ਕੋਈ ਵਿਅਕਤੀ ਜਿਹੜਾ ਇੰਨੀ ਲੜਾਈ ਲੜ ਰਿਹਾ ਹੋਵੇ ਉਹਦੀ ਕਾਸ ਹੁੰਦੀ ਹੈ ਵੀ ਯਾਰ ਮੈਨੂੰ ਇੱਕ ਸਟੇਜ ਤੇ ਪਹੁੰਚ ਜਾਣ ਦਿਓ, ਫਿਰ ਮੈਂ ਦੱਸਦਾ ਇਹ ਵੀ ਕੰਮ ਕਿਵੇਂ ਕਰੀਦਾ। ਉਹ ਕਰ ਨਹੀਂ ਪਾ ਰਹੇ, ਇਸ ਕਰਕੇ ਥੋੜਾ ਜਿਹਾ ਉਹ ਨਿਰਾਸ਼ ਹੈਗੇ ਨੇ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਤਲਬ ਚਾਹੇ ਉਹ ਆਪਣੀ ਸਰਕਾਰ ਦੇ, ਜਿਵੇਂ ਭਾਸਕਰ ਸਾਹਿਬ ਨੇ ਕਿਹਾ, ਆਪਣੀ ਸਰਕਾਰ ਨੂੰ ਕਟਘਰੇ 'ਚ ਖੜਾ ਕਰ ਦਿੰਦੇ ਆ ਵਾਰ-ਵਾਰ। ਮੈਨੂੰ ਲੱਗਦਾ ਕਿ ਇਹ ਉਸੇ ਨਿਰਾਸ਼ਾ ਚੋਂ ਹੀ ਦੀ ਉਪਜ ਹੈ, ਇਹ ਉਸ ਤੋਂ ਜ਼ਿਆਦਾ ਭਾਸਕਰ ਸਾਹਿਬ ਕੁਝ ਨਹੀਂ ਹੈਗਾ। ਪਰ ਇੱਕ ਗੱਲ ਮੈਂ ਮਤਲਬ ਕਰਦਾ, ਮੈਂ ਇਹ ਮੇਰਾ ਪਰਸਨਲ ਓਪੀਨੀਅਨ ਹੈ ਕਿ ਕਿਸੇ ਵੀ ਆਈਪੀਐਸ ਅਫਸਰ ਨੂੰ ਹੋਮ ਡਿਪਾਰਟਮੈਂਟ ਨਹੀਂ ਦਿੱਤਾ ਜਾਣਾ ਚਾਹੀਦਾ। ਅਗਰ ਮਿਨਿਸਟਰ ਬਣਾਉਣਾ ਹੀ ਹੈ ਤਾਂ ਕਿਸੇ ਹੋਰ ਡਿਪਾਰਟਮੈਂਟ ਦਾ ਬਣਾ ਸਕਦੇ ਹੋ, ਉਹ ਅੱਛਾ ਕੰਮ ਕਰਨਗੇ, ਜਿਸ 'ਚ ਕੈਲੀਬਰ ਹੁੰਦਾ ਕੰਮ ਕਰ ਹੀ ਲੈਂਦਾ, ਕਿਤੇ ਵੀ ਲਾ ਦਿਓ। ਪਰ ਹੋਮ ਦੇ ਵਿੱਚ ਅਗਰ ਤੁਸੀਂ ਲਗਾਉਂਦੇ ਹੋ ਤਾਂ ਦੇਖੋ ਜਦੋਂ ਵਿਦਿਨ ਡਿਪਾਰਟਮੈਂਟ ਤੁਸੀਂ 20-25 ਸਾਲ ਆਲਰੇਡੀ ਸਰਵਿਸ ਜਿਸ 'ਚ ਕਰਕੇ ਆਏ ਹੋ, ਉੱਥੇ ਤੁਹਾਡੀ ਆਪਣੀ ਰਾਈਵਲਰੀਜ਼ ਵੀ ਹੁੰਦੀਆਂ ਨੇ ਆਪਣੇ ਅਫਸਰਾਂ ਨਾਲ। ਬਹੁਤ ਸਾਰੇ ਅਫਸਰ ਤੁਹਾਡੇ ਤੋਂ ਬਹੁਤ ਸੀਨੀਅਰ ਹੁੰਦੇ ਆ, ਲੇਕਿਨ ਜਦੋਂ ਤੁਸੀਂ ਹੋਮ ਮਿਨਿਸਟਰ ਬਣ ਜਾਓਗੇ ਤਾਂ ਉਹ ਸਾਰੇ ਦੇ ਸਾਰੇ ਤੁਹਾਡੇ ਤੋਂ ਜੂਨੀਅਰ ਹੋ ਜਾਣਗੇ, ਤਾਂ ਉਹਨਾਂ ਨੂੰ ਸਰ ਤੁਹਾਨੂੰ ਕਹਿਣਾ ਹੀ ਪੈਣਾ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ। ਮੈਨੂੰ ਲੱਗਦਾ ਕਿ ਕਿਉਂਕਿ ਅਰਵਿੰਦ ਕੇਜਰੀਵਾਲ ਖੁਦ ਵੀ ਇੱਕ ਬਿਊਰੋਕਰੈਟ ਰਹੇ ਹੈ, ਇਹ ਚੀਜ਼ਾਂ ਉਹਨਾਂ ਨੂੰ ਪਤਾ ਨੇ। ਸ਼ਾਇਦ ਜਿਹੜਾ ਉਹਨਾਂ ਨੂੰ ਮਿਨਿਸਟਰ ਨਾ ਬਣਾਉਣ ਦਾ ਵੀ ਫੈਸਲਾ ਹੋਵੇ ਉਹ ਇਸੇ ਦ੍ਰਿਸ਼ਟੀਕੋਣ ਚੋਂ ਹੀ ਲਿੱਤਾ ਗਿਆ ਹੋਵੇ। ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਉਹਨਾਂ ਨੂੰ ਹੋਮ ਮਿਨਿਸਟਰੀ ਨਹੀਂ ਦਿੱਤੀ ਜਾ ਸਕਦੀ ਜੇ ਨਿਯਮਾਂ ਅਨੁਸਾਰ ਦੇਖੀਏ, ਕੋਈ
ਸਿਧਾਂਤਕ ਗੱਲ ਕਰਨੀ ਹੋਵੇ, ਪਰ ਉਹਨਾਂ ਨੂੰ ਕੋਈ ਹੋਰ ਮਿਨਿਸਟਰੀ ਨਾ ਦਿੱਤੀ ਜਾਵੇ, ਇਹਦੀ ਵੀ ਤੁਕ ਨਹੀਂ ਬਣਦੀ, ਦੇਣੀ ਚਾਹੀਦੀ ਹੈ। ਸਵਾਲ ਇਸ ਗੱਲ ਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਸਵਾਲ ਉਠਾਇਆ ਕੱਲ, ਉਹ ਸਵਾਲ ਬੜਾ ਰੈਲੇਵੈਂਟ ਸੀ। ਉਹਨੇ ਕੇਜਰੀਵਾਲ ਸਾਹਿਬ ਦੇ ਪੂਰੇ ਦੌਰੇ ਦੀ ਫੂਕ ਕੱਢਤੀ। ਇਸ ਦੌਰੇ ਦੀ ਫੂਕ ਮਤਲਬ ਜਿਹੜੀ ਮੇਨ ਸੁਰਖੀ ਸੀ ਉਤੋਂ ਸੁਰਖੀ ਸ਼ਿਫਟ ਹੋ ਗਈ। ਭਾਵੇਂ ਮੇਨ ਟੀਵੀ ਚੈਨਲ, ਮੁੱਖ ਧਾਰਾ ਦੇ ਚੈਨਲ ਤੇ ਮੁੱਖ ਧਾਰਾ ਦੀਆਂ ਨਿਊਜ਼ਪੇਪਰਸ ਨੇ ਉਹਨੂੰ ਪ੍ਰਮੁਖਤਾ ਦਿੱਤੀ ਆ, ਉਹਨਾਂ ਦੀਆਂ ਸਨਅਤਕਾਰਾਂ ਨੂੰ ਮਿਲਣੀਆਂ ਨੂੰ, ਬਾਕੀ ਚੀਜ਼ਾਂ ਨੂੰ, ਲੇਕਿਨ ਜਿਹੜੀ ਖਬਰ ਸੋਸ਼ਲ ਮੀਡੀਆ ਤੇ ਆ ਉਹ ਕੁੰਵਰ ਵਿਜੇ ਪ੍ਰਤਾਪ ਦੀ ਹੀ ਘੁੰਮਦੀ ਰਹੀ। ਇਹ ਸਵਾਲ ਆ। ਤੇ ਹੁਣ ਕੱਲ ਦੀ ਇਹ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਵਾਲੀ ਖਬਰ ਹੈ, ਭਾਸਕਰ ਸਾਹਿਬ, ਇਹ ਵੀ ਬੜੀ ਅਹਿਮ ਆ। ਮਨਜਿੰਦਰ ਸਿੰਘ ਲਾਲਪੁਰਾ ਦਾ ਜ਼ਿਕਰ ਜਿਹੜਾ ਹੈ, ਮੈਂ ਸਾਹਮਣੇ ਉਹਨਾਂ ਦੀ ਜਿਹੜੀ ਪੋਸਟ ਬਾਅਦ ਦੇ ਵਿੱਚ ਡਿਲੀਟ ਕਰਤੀ ਗਈ, ਉਹ ਮੇਰੇ ਸਾਹਮਣੇ ਆ, ਜਿਹਦੇ ਵਿੱਚ ਉਹ ਲਿਖਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਰਿਸ਼ਵਤਖੋਰੀ ਖਿਲਾਫ ਯੁੱਧ ਸ਼ੁਰੂ ਕੀਤਾ, ਅਸੀਂ ਤੇ ਮੁੱਖ ਮੰਤਰੀ ਪੰਜਾਬ ਉਹਦਾ ਹਿੱਸਾ ਹਾਂ। ਦੋਸਤੋ, ਭਗਵੰਤ ਮਾਨ ਇਕੱਲਾ ਕੀ ਕਰੇ, ਉਹ ਇਕੱਲਾ ਹੈ, ਚੋਰ ਜ਼ਿਆਦਾ ਹਨ। ਬਹੁਤ ਲੋਕ ਆ ਕੇ ਕਹਿੰਦੇ ਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਪੁਲਿਸ ਵਾਲੇ ਬਿਨਾਂ ਪੈਸੇ ਲਏ ਕੰਮ ਨਹੀਂ ਕਰਦੇ, ਪਰ ਆਪਾਂ ਸਾਰੇ ਰਲ ਕੇ ਲੜਾਂਗੇ। ਬਾਕੀ ਐਸਐਸਪੀ ਠੀਕ ਹੋਵੇ ਤੇ ਕਿਸੇ ਦੀ ਜ਼ਰੂਰਤ ਨਹੀਂ ਕੋਈ ਪੈਸੇ ਲੈ ਕੇ, ਤੇ ਜੇ ਕੰਮ ਰਲ ਕੇ ਚੱਲਦਾ ਹੋਵੇ ਤਾਂ ਫਿਰ ਤਾਂ ਰੱਬ ਹੀ ਰਾਖਾ। ਬਾਕੀ ਸਾਰਾ ਮਸਲਾ ਸਰਕਾਰ ਦੇ ਧਿਆਨ ਵਿੱਚ ਜਲਦ ਲਿਆ ਰਿਹਾ ਹਾਂ। ਅੱਗੇ ਵੀ ਉਹਨਾਂ ਨੇ ਕਾਫੀ ਕੁਝ ਲਿਖਿਆ। ਭਾਸਕਰ ਸਾਹਿਬ, ਇਹ ਵੀ ਉਹੀ ਮਾਮਲਾ ਹੈ ਕਿ ਬਾਅਦ ਦੇ ਵਿੱਚ ਇਹ ਪੋਸਟ ਲੱਭਦੀ ਨਹੀਂ ਕਿਸੇ ਨੂੰ, ਲੇਕਿਨ ਇਹ ਪੱਤਰਕਾਰਾਂ ਨਾਲ ਉਹਨਾਂ ਨੇ ਗੱਲ ਕਰਦਿਆਂ, ਜਿਨ੍ਹਾਂ ਨੇ ਵੀ ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਨੂੰ ਕਿਹਾ ਕਿ ਹਾਂ ਇਹ ਮੈਂ ਲਿਖਿਆ। ਸੋ ਉਹਨਾਂ ਦਾ ਸਿੱਧਾ ਜਿਹੜਾ ਨਿਸ਼ਾਨਾ ਉਹ ਪੁਲਿਸ ਹੈ ਤਰਨਤਾਰਨ ਜ਼ਿਲ੍ਹੇ ਦੀ, ਪਰ ਮੁੱਖ ਉਹਨਾਂ ਦਾ ਨਿਸ਼ਾਨਾ ਜਿਹੜੇ ਉੱਤੇ ਗੁਰਮੀਤ ਸਿੰਘ ਚੌਹਾਨ ਐਸਐਸਪੀ, ਕਿ ਜੇ ਐਸਐਸਪੀ ਚਾਹਵੇ, ਇਹਦਾ ਮਤਲਬ ਐਸਐਸਪੀ ਨਹੀਂ ਚਾਹ ਰਿਹਾ, ਮਤਲਬ ਜੇ ਰਲ ਕੇ ਹੀ ਚੱਲਣਾ ਹੋਵੇ ਤਾਂ ਫਿਰ ਤੇ ਰੱਬ ਰਾਖਾ, ਇਹਦਾ ਮਤਲਬ ਐਸਐਸਪੀ ਰਲ ਕੇ ਚੱਲ ਰਹੇ ਨੇ। ਸਵਾਲ ਬੜਾ ਸਿੱਧਾ ਤੇ ਸਟੀਕ ਉਠਾਤਾ ਗਿਆ। ਇਸ ਸਵਾਲ ਨੇ ਹੁਣ ਕਿਸ ਦਿਸ਼ਾ 'ਚ ਜਾਣਾ ਮੈਨੂੰ ਨਹੀਂ ਪਤਾ। ਮਤਲਬ ਜਨਤਕ ਮਾਮਲਾ ਲਿਆਤਾ। ਇਹਦਾ ਮਤਲਬ ਮਨਜਿੰਦਰ ਸਿੰਘ ਲਾਲਪੁਰਾ ਪਾਰਟੀ ਫੋਰਮ ਤੇ ਸਰਕਾਰ ਦੇ ਪੱਧਰ ਤੇ ਗੱਲ ਪਹਿਲਾਂ ਕਰ ਚੁੱਕੇ, ਉਹਨਾਂ ਦੀ ਸੁਣਵਾਈ ਨਹੀਂ ਹੋਈ, ਹੁਣ ਉਹਨਾਂ ਨੂੰ ਲੋਕਾਂ 'ਚ ਆਉਣਾ ਪਿਆ। ਮੈਂ ਇਹੀ ਸਮਝਣਾ ਚਾਹੁੰਦਾ ਹੈ ਕਿ ਦੋ ਮੁੱਖ ਵਿਰੋਧੀ ਆਵਾਜ਼ਾਂ ਅੰਦਰੋਂ ਜਿਹੜੀਆਂ ਆਈਆਂ, ਮਾਝੇ 'ਚੋਂ ਆਈਆਂ। ਸਭ ਤੋਂ ਵੱਡੀ ਗੱਲ ਹੈਗੀ ਹੈ ਇਹਨਾਂ ਦੀ ਪੋਸਟ ਦੇ ਵਿੱਚ ਦੋ ਗੱਲਾਂ ਬੜੀ ਇੰਪੋਰਟੈਂਟ ਹੈਗੀ ਹੈ। ਇੱਕ ਹੈ, ਕਹਿੰਦੇ ਨੇ ਕਿ ਕੇਜਰੀਵਾਲ ਉਹਨਾਂ ਨੇ ਕਰਪਸ਼ਨ ਫ੍ਰੀ ਰਿਜੀਮ ਦੇਣ ਦੀ ਗੱਲ ਕੀਤੀ ਸੀਗੀ। ਦੂਜੇ ਪਾਸੇ ਕਹਿੰਦੇ ਨੇ ਮੁੱਖ ਮੰਤਰੀ ਇਕੱਲਾ ਹੈ, ਚੋਰ ਜ਼ਿਆਦਾ ਨੇ। ਯਾਨੀ ਮੁੱਖ ਮੰਤਰੀ ਇਕੱਲੇ ਦਾ ਕੰਮ ਨਹੀਂ ਹੈ ਕਰਪਸ਼ਨ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਪੁਲਿਸ ਦੀ ਫੰਕਸ਼ਨਿੰਗ ਨੂੰ ਠੀਕ ਕਰਨਾ। ਆ ਜਿਹੜੇ 92 ਐਮਐਲਏ ਨੇ, ਯਾਨੀ ਮੁੱਖ ਮੰਤਰੀ ਤੋਂ ਇਲਾਵਾ 91, ਉਹਨਾਂ ਨੂੰ ਵੀ ਇਹ ਸ਼ਾਇਦ ਚੋਰਾਂ ਦੀ ਲਿਸਟ 'ਚ ਗਿਣ ਰਹੇ ਨੇ, ਕਿਉਂਕਿ ਮੁੱਖ ਮੰਤਰੀ ਦੇ ਨਾਲ ਕਹਿੰਦੇ 92 ਐਮਐਲਏ ਨੇ ਤੇ ਚੋਰ ਜ਼ਿਆਦਾ ਨੇ, ਤੇ ਗੱਲ ਸਮਝ ਆਉਂਦੀ। ਮੁੱਖ ਮੰਤਰੀ ਇਕੱਲੇ ਨੇ, ਚੋਰ ਜ਼ਿਆਦਾ ਨੇ। ਚਲੋ ਆਪਾਂ ਇਹਦੇ ਵਿੱਚ ਨਾ ਹੀ ਜਾਈਏ ਤੇ ਚੰਗਾ, ਕਿਉਂਕਿ ਇਹ ਤੇ ਖੁਦ ਜਾਣਦੇ ਨੇ ਕਿ ਇਹ ਗੱਲ ਉਹਨਾਂ ਨੇ ਕਿਉਂ ਲਿਖੀ। ਫਿਰ ਦੂਜੀ ਗੱਲ, ਜੇ ਲਿਖੀ ਦਿੱਤੀ ਸੀ ਗੱਲ, ਜੇ ਆਪਣੀ ਗੱਲ ਤੇ ਖੜਨਾ ਹੀ ਸੀਗਾ, ਤੇ ਫਿਰ ਪੋਸਟ ਡਿਲੀਟ ਕਿਉਂ ਕੀਤੀ? ਉਹੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਵਾਲੀ ਗੱਲ ਵੀ ਗੱਲ ਕਰ ਵੀ ਦੋ ਤੇ ਬਾਅਦ ਚ ਪੋਸਟ ਡਿਲੀਟ ਵੀ ਕਰ ਦੋ। ਆ ਖੇਡ ਕੀ ਚੱਲ ਰਿਹਾ ਹੈ? ਡਰ ਕਿਹਦੇ ਤੋਂ ਲੱਗਦਾ ਹੈ? ਜੇ ਤੁਸੀਂ ਕੋਈ ਪੁਲਿਸ ਦੇ ਸਿਸਟਮ ਦੇ ਉੱਤੇ ਕੋਈ ਗੱਲ ਕਰ ਰਹੇ ਹੋ, ਮੁੱਖ ਮੰਤਰੀ ਤੇ ਸੁਪਰੀਮੋ ਜੀ ਦੀ ਤਾਰੀਫ ਵੀ ਕਰ ਰਹੇ ਹੋ, ਫਿਰ ਵੀ ਤੁਹਾਨੂੰ ਉਸ ਪੋਸਟ ਪਾਉਣ ਤੋਂ ਡਰ ਲੱਗਦਾ ਹੈ, ਫਿਰ ਕਾਹਦੇ ਐਮਐਲਏ ਤੁਸੀਂ ਅਗਰ ਲੋਕਾਂ ਦੀ ਗੱਲ ਸਹੀ ਤਰੀਕੇ ਨਾਲ ਸਹੀ ਪਲੇਟਫਾਰਮ ਤੇ ਪਹੁੰਚਾਉਣ ਦੇ ਵਿੱਚ ਨਾਕਾਮਯਾਬ ਹੋ ਰਹੇ ਹੋ, ਤੁਹਾਨੂੰ ਵੀ ਪੋਸਟ ਪਾ ਕੇ ਇਹ ਗ੍ਰੀਵੈਂਸਸ ਦੱਸਣੀ ਪੈ ਰਹੀ ਹੈ। ਐਮਐਲਏਆਂ ਦੀ ਚੱਲਦੀ ਹੁੰਦੀ ਸੀ ਪਿਛਲੀ ਸਰਕਾਰਾਂ ਦੇ ਵਿੱਚ, ਐਦਾਂ ਦਾ ਕੋਈ ਮਤਲਬ ਨਹੀਂ ਸੀ ਕੋਈ ਐਸਐਸਪੀ ਕੋਈ ਡੀਸੀ ਐਮਐਲਏਆਂ ਦੀ ਗੱਲ ਨੂੰ ਕੋਈ ਨਕਾਰ ਦੇ। ਇੱਥੇ ਤੇ ਗੱਲ ਐ ਨਿਕਲ ਕੇ ਆਉਂਦੀ ਹੈ ਜਿੱਦਾਂ ਕੋਈ ਮਾਤੜ ਜਿਹਾ ਬੰਦਾ ਕੌਂਸਟੀਚੁਐਂਸੀ ਦਾ ਕਹਿੰਦਾ। ਭਾਸਕਰ ਸਾਹਿਬ ਆ ਜੋੜੇ ਹੱਥ, ਉਹ ਜਿਹੜੇ ਐਮਐਲਏ ਸੀ ਨਾ, ਉਹਨਾਂ ਤੋਂ ਤੇ ਰੱਬ ਹੀ ਬਚਾਵੇ, ਜਿਨ੍ਹਾਂ ਦੀ ਜੇਬ 'ਚ ਡੀਸੀ ਐਸਐਸਪੀ ਤੁਰੇ ਫਿਰਦੇ ਸੀ, ਉਹਨਾਂ ਨੂੰ ਹੀ ਤੇ ਰੱਦ ਕੀਤਾ ਲੋਕਾਂ ਨੇ। ਇਹ ਨਵੇਂ ਉਹਨਾਂ ਦੀਆਂ ਲੀਆਂ ਤੇ ਚੱਲਣਾ ਚਾਹੁੰਦੇ। ਮਾਮਲਾ ਹੁਣ ਪਤਾ ਨਹੀਂ ਸੱਚ ਕੌਣ ਹੈ, ਝੂਠਾ ਕੌਣ ਹੈ, ਸੱਚਾ ਕੌਣ ਹੈ, ਪਰ ਜਦੋਂ ਬੇਸ਼ੁਮਾਰ ਤਾਕਤ ਕਿਸੇ ਐਮਐਲਏ ਕੋ ਹੁੰਦੀ ਹੈ ਨਾ, ਤਾਂ ਫਿਰ ਉਹ ਉਸ ਖਿੱਤੇ ਦਾ ਬੇਤਾਜ ਰਾਜਾ ਬਣ ਜਾਂਦਾ, ਬਾਦਸ਼ਾਹ। ਜਿੱਥੇ ਸਿਰਫ ਕਲਗੀ ਨਹੀਂ ਹੁੰਦੀ, ਬਾਕੀ ਕਲਗੀ ਤੋਂ ਘੱਟ ਵੀ ਨਹੀਂ ਹੁੰਦਾ। ਪਤਾ ਕੀ ਆ, ਉਹ ਪ੍ਰਧਾਨ ਮੰਤਰੀ ਤੇ 56 ਇੰਚ ਦੀ ਛਾਤੀ ਦੀ ਗੱਲ ਕਰਦੇ, ਇੱਥੇ 150 ਇੰਚ ਦੀਆਂ ਛਾਤੀਆਂ ਮੈਂ ਦੇਖੀਆਂ ਦੂਰਬੀਨ ਨਾਲ। ਕੀ ਕਹਿੰਦੇ? ਨਹੀਂ, ਖੈਰ ਤੁਸੀਂ ਰਾਜਿਆਂ ਵਾਲੀ ਗੱਲ ਤੇ ਬਿਲਕੁਲ ਠੀਕ ਕਹਿ ਰਹੇ ਹੋ ਕਿ ਉਹ ਦਿਨ ਤੇ ਲੱਦ ਗਏ, ਪਰ ਇਹ ਮੋਤੀਆਂ ਵਾਲੀ ਸਰਕਾਰ ਦੇ ਦਰਬਾਰੀ ਤੇ ਬਣ ਸਕਦੇ ਸੀਗੇ। ਜੇ ਕੋਈ ਗ੍ਰੀਵੈਂਸਸ ਸੀਗੇ ਤੇ ਇਸ ਗੱਲ ਨੂੰ ਸਹੀ ਪੱਧਰ ਦੇ ਉੱਤੇ ਰੱਖ ਕੇ ਪੁਲਿਸ ਦੀ ਫੰਕਸ਼ਨਿੰਗ ਨੂੰ ਠੀਕ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ। ਜੇ ਤੁਹਾਨੂੰ ਆਪਣੀ ਕੰਪਲੇਂਟ ਵੀ ਪੋਸਟ ਪਾ ਕੇ ਕਰਨੀ ਪਏ ਔਰ ਬਾਅਦ ਚੋਂ ਪੋਸਟ ਡਿਲੀਟ ਵੀ ਕਰਨੀ ਪਏ ਤੇ ਫਾਇਦਾ ਕੀ? ਪਰ ਚਲੋ ਇਹ ਗੱਲਾਂ ਉੱਠੀਆਂ, ਬੜੀ ਗੰਭੀਰ ਗੱਲਾਂ ਹੈਗੀਆਂ। ਜੇ ਇਲਾਕੇ ਦਾ ਐਮਐਲਏ ਆਪਣੇ ਹੀ ਜ਼ਿਲ੍ਹੇ ਦੇ ਐਸਐਸਪੀ ਦੇ ਖਿਲਾਫ ਇਹ ਗੱਲ ਕਹਿੰਦਾ ਹੈ ਕਿ 2-3 ਵਾਰ ਮੈਂ ਕੰਪਲੇਂਟਾਂ ਵੀ ਕੀਤੀ ਹੈ, ਫਲਾਣੇ 10,000 ਰੁਪਏ ਰਿਸ਼ਵਤ ਲੈਣ ਦਾ ਬਕਾਇਦਾ ਵੀਡੀਓ ਤੇ ਕੰਪਲੇਂਟ ਪਾਈ ਗਈ, ਉਸ ਤੋਂ ਬਾਅਦ ਵੀ ਗੁਰਮੀਤ ਚੌਹਾਨ ਐਸਐਸਪੀ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿੱਤਾ। ਔਰ ਜਦ
ਪੱਤਰਕਾਰ ਸਾਹਿਬਾਨ ਨੇ ਗੁਰਮੀਤ ਚੌਹਾਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਗੱਲ ਉਹਨਾਂ ਨੇ ਨਹੀਂ ਕੀਤੀ ਹਜੇ। ਪਰ ਤੁਸੀਂ ਬਿਲਕੁਲ ਠੀਕ ਕਿਹਾ, ਗੁਰਮੀਤ ਸਿੰਘ ਚੌਹਾਨ ਉਹਨਾਂ ਦੀ ਰੈਪੂਟੇਸ਼ਨ ਬਹੁਤ ਚੰਗੀ ਹੈਗੀ ਹੈ, ਬੜੇ ਵਧੀਆ ਅਫਸਰਾਂ ਦੇ ਵਿੱਚ ਉਹਨਾਂ ਦਾ ਨਾਮ ਲਿੱਤਾ ਜਾਂਦਾ ਹੈ। ਉਹਨਾਂ ਦੇ ਖਿਲਾਫ ਇੱਦਾਂ ਦੇ ਐਲੀਗੇਸ਼ਨ MLA ਦੁਆਰਾ ਲਾਏ ਜਾਣ ਤੋਂ ਬਾਅਦ ਮੈਨੂੰ ਲੱਗਦਾ ਉਹਨਾਂ ਨੂੰ ਵੀ ਕੁਝ ਗੱਲ ਆਪਣੀ ਕਰਨੀ ਚਾਹੀਦੀ ਹੈ ਕਿ ਆਹ ਜਿਹੜੇ ਲਾਏ ਹੋਏ ਐਲੀਗੇਸ਼ਨ ਸਹੀ ਹੈ ਜਾਂ ਗਲਤ ਹੈ, ਇਹ ਕਿਉਂ ਲਾਏ ਨੇ, ਔਰ ਜੇ ਲਾ ਕੇ ਡਿਲੀਟ ਹੀ ਕਰਨੇ ਸੀਗੇ ਤੇ MLA ਸਾਹਿਬ ਵੀ ਦੱਸਣ ਵੀ ਬਾਅਦ ਚੋਂ ਡਿਲੀਟ ਕਿਉਂ ਕੀਤੇ। ਇੰਦਰਪ੍ਰੀਤ ਜੀ, ਸਵਾਲ ਇਸ ਗੱਲ ਤੇ ਆ ਕਿ ਮਨਜਿੰਦਰ ਸਿੰਘ ਲਾਲਪੁਰਾ ਦਾ ਦਰਦ ਵੀ ਕੁੰਵਰ ਵਿਜੇ ਪ੍ਰਤਾਪ ਵਾਲਾ ਹੈ। ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਪਹਿਲੇ 20 ਬੰਦਿਆਂ ਦੇ ਵਿੱਚ ਸੀ ਜਿਹੜੇ ਪੰਜਾਬ ਦੇ ਵਿੱਚ ਸੱਤਾ ਤੋਂ ਬਿਨਾਂ ਵਿਰੋਧੀ ਧਿਰ ਵਾਲੀ ਲੜਾਈ ਦੇ ਵਿੱਚ ਸ਼ਾਮਲ ਸੀ ਤੇ ਉਹ ਯੂਥ ਵਿੰਗ ਦੇ ਪ੍ਰਧਾਨ ਰਹੇ। ਮੇਰੇ ਖਿਆਲ 2 ਸਾਲ ਤੋਂ ਵੱਧ ਹੀ ਰਹੇ ਨੇ ਤੇ ਉਦੋਂ ਇਹਨਾਂ ਦੇ ਇੰਚਾਰਜ ਸੀ ਮੀਤ ਹੇਰ। ਸਵਾਲ ਇਸ ਗੱਲ ਦਾ ਹੈ ਕਿ ਜਿਸ ਵਿਅਕਤੀ ਨੂੰ ਇਹਨਾਂ ਨੇ ਉਂਗਲ ਫੜ ਕੇ ਸਿਆਸਤ ਵਿੱਚ ਲਿਆਂਦਾ, ਲਾਲਜੀਤ ਸਿੰਘ ਭੁੱਲਰ, ਲਾਲਜੀਤ ਸਿੰਘ ਭੁੱਲਰ ਨੇ ਹੁਣ ਜਿੰਨੇ ਮਹਿਕਮੇ ਉਹਨਾਂ ਕੋਲ ਆ, ਮੇਰੇ ਖਿਆਲ ਮੁੱਖ ਮੰਤਰੀ ਤੋਂ ਬਾਅਦ ਸਭ ਤੋਂ ਵੱਧ, ਹਰਪਾਲ ਚੀਮੇ ਤੋਂ ਬਾਅਦ ਤਾਕਤਵਰ ਉਹੀ ਨੇ। ਹੁਣ ਮਨਜਿੰਦਰ ਸਿੰਘ ਲਾਲਪੁਰਾ ਨੂੰ ਲੱਗਦਾ ਵੀ ਮੇਰੀ ਵਾਰੀ ਸ਼ਾਇਦ ਹੀ ਆਵੇ, ਕਿਉਂਕਿ ਇੱਕ ਬਾਗੀਆਨਾ ਜੀ ਤਬੀਅਤ ਉਹਨਾਂ ਦੀ ਹੈ, ਸੋ ਉਹਨਾਂ ਨੂੰ ਹਲਕੇ ਦੇ ਵਿੱਚ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਦਾ ਮਤਲਬ ਕੋਈ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕੀਤਾ ਸੀ, ਉਧਰ ਇੱਕ ਸਿੰਗਰ MLA ਸੀਗਾ ਦੇਵ ਮਾਨ, ਉਹਦਾ ਜ਼ਿਕਰ ਅਸੀਂ ਕਰਦੇ ਰਹੇ। ਕੀ ਮਨਜਿੰਦਰ ਲਾਲਪੁਰਾ ਦੀ ਸਥਿਤੀ ਵੀ ਤਰਨਤਾਰਨ ਜ਼ਿਲ੍ਹੇ ਦੇ ਪ੍ਰਸ਼ਾਸਨ ਚ ਇੰਜ ਦੀ ਆ ਵੀ ਉਹਨਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਦੂਜੀ ਗੱਲ, ਇੱਕ ਗੱਲ ਤਾਂ ਇਹ ਵੀ ਹੈ ਕਿ ਗੁਰਮੀਤ ਚੌਹਾਨ ਨੂੰ ਤਰਨਤਾਰਨ ਚ ਲਾਉਣ ਦੇ ਕਈ ਅਰਥ ਨੇ। ਗੁਰਮੀਤ ਚੌਹਾਨ ਨੇ ਜਿਹੜੇ ਗੈਂਗਸਟਰ ਉਹਨਾਂ ਦੇ ਖਿਲਾਫ ਵੀ ਲੜਾਈ ਲੜੀ ਆ, ਔਰ ਉਹ ਜਿਹੜੀ ਖਾੜਕੂਵਾਦ ਵਾਲੀ ਲਹਿਰ ਦਾ ਮਾਮਲਾ, ਉਹਦੇ ਮਾਮਲੇ 'ਚ ਵੀ ਉਹਨਾਂ ਨੇ ਇਹ ਲੜਾਈਆਂ ਲੜੀਆਂ ਨੇ, ਮੂਹਰਿਓਂ ਲੜੀਆਂ ਨੇ। ਕਿਤੇ ਤਰਨਤਾਰਨ ਬੜਾ ਸੈਂਸਿਟਿਵ ਇਲਾਕਾ ਹੋਣ ਕਰਕੇ ਉਹਨਾਂ ਨੂੰ ਲਾਇਆ ਗਿਆ, ਔਰ ਉਹਦੇ ਵਿੱਚ ਉਹਨਾਂ ਦੀ ਤਰਜੀਹ ਕਿਤੇ ਉਹੀ ਤਾਂ ਨਹੀਂ। ਸੋ ਇੰਦਰਪ੍ਰੀਤ ਜੀ, ਤੁਸੀਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੀ ਹੋ, ਇਹਨੂੰ ਜ਼ਰਾ ਪਰਿਭਾਸ਼ਿਤ ਕਰੋ ਆਪਣੇ ਨਜ਼ਰੀਏ ਤੋਂ। ਰੰਧਾਵਾ ਸਾਹਿਬ, ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜੇ ਤੁਸੀਂ ਦੇਖੋ ਤਾਂ 8 ਤੋਂ 10 ਬੰਦੇ ਇਦਾਂ ਦੇ ਸੀ ਜਿਨ੍ਹਾਂ ਨੂੰ ਤੁਸੀਂ ਸੀਨੀਅਰ ਕਹਿ ਸਕਦੇ ਸੀਗੇ, ਮਤਲਬ ਉਹ 2-2 ਵਾਰ ਦੇ MLA ਹੈਗੇ ਸੀ। ਬਾਕੀ ਸਾਰੇ ਤਾਂ ਤੁਸੀਂ ਦੇਖੋ 82-83 MLA ਤਾਂ ਤਕਰੀਬਨ ਫਸਟ ਟਾਈਮਰ ਹੀ ਸੀ। ਈਵਨ ਮੁੱਖ ਮੰਤਰੀ ਤਾਂ ਚਲੋ ਕਿਉਂਕਿ ਤੁਸੀਂ ਉਹਦੇ ਨਾਂ ਤੇ ਇਲੈਕਸ਼ਨ ਲੜੀ ਹੈ, ਇਸ ਕਰਕੇ ਉਹ ਤਾਂ ਬਣਨਾ ਹੀ ਬਣਨੇ ਸੀ। ਲੇਕਿਨ ਬਾਕੀਆਂ ਦੀ ਤੁਸੀਂ ਦੇਖੋ, ਉਹਨਾਂ ਚੋਂ ਹਜੇ ਵੀ ਜਿਹੜੇ 2 ਵਾਰ ਦੇ MLA ਹੈਗੇ ਨੇ, ਮਨਜੀਤ ਸਿੰਘ ਬਲਾਸਪੁਰ ਹੈਗੇ ਜਾਂ ਕੁਝ ਹੋਰ ਹੈਗੇ ਆ, ਉਹਨਾਂ ਨੂੰ ਨਹੀਂ ਕਿਤੇ ਥਾਂ ਮਿਲੀ ਹੈਗੀ। ਫਿਰ ਫਸਟ ਟਾਈਮਰਸ ਦਾ ਇੱਕ ਫਿਰ ਅੱਛਾ, ਜਦੋਂ ਫਸਟ ਟਾਈਮਰਸ ਜ਼ਿਆਦਾ ਤੁਸੀਂ ਲੈ ਲੈਂਦੇ ਹੋ ਨਾ, ਤਾਂ ਫਿਰ ਇੱਕ ਫਿਰ ਇਹ ਨਹੀਂ ਹੁੰਦਾ ਕਿ ਤੁਸੀਂ 4 ਨੂੰ ਲਓਗੇ ਤਾਂ 40 ਤਾਂ ਫਿਰ ਕਹਿਣਗੇ ਯਾਰ ਵੀ 4 ਹੀ ਉਹ ਕਿਉਂ, ਅਸੀਂ 40 ਚੋਂ ਕਿਉਂ ਨਹੀਂ। ਸੋ ਇਹ ਚੀਜ਼ਾਂ 20 ਸਾਲ ਦੀਆਂ ਰਹਿੰਦੀਆਂ ਨੇ। ਤੁਸੀਂ ਠੀਕ ਹੈ ਵੀ ਉਹਨਾਂ ਕੋਲੇ ਤਾਂ ਯੂਥ ਵਿੰਗ ਦੀ ਪ੍ਰਧਾਨਗੀ ਵੀ ਸੀ, ਤਾਂ ਫਿਰ ਘੱਟੋ ਘੱਟ ਉਹਨਾਂ ਦੀ ਉਸ ਪੱਖੋਂ ਤਾਂ ਸੀਨੀਅਰਿਟੀ ਬਣੀ ਗਈ ਸੀ। ਤੇ ਲਾਲਜੀਤ ਇਹਨਾਂ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਵੀ ਲੜੀ ਆਮ ਆਦਮੀ ਪਾਰਟੀ ਵੱਲੋਂ ਵੀ ਉਸ ਪੱਖੋਂ ਤਾਂ ਜੇ ਤੁਸੀਂ ਦੇਖੋ ਨਾ ਤੇ ਸੀਨੀਅਰਿਟੀ 'ਚ ਇਹ ਸ਼ਾਮਲ ਨੇ। ਪਰ ਜਦੋਂ ਤੁਸੀਂ ਉਸ ਤੋਂ ਪਹਿਲਾਂ ਵਾਲੇ ਬੰਦਿਆਂ ਨੂੰ ਲੈ ਲਿਆ, ਯਾਨੀ ਜਿਹੜੇ ਬਿਲਕੁਲ ਹੀ ਫਸਟ ਟਾਈਮਰ ਸੀਗੇ, ਉਹਨਾਂ ਨੂੰ ਅਗਰ ਲੈ ਲਿਆ, ਤਾਂ ਫਿਰ ਇਹ ਜਿਹੜੀ ਇੱਕ ਨਿਰਾਸ਼ਾ ਹੁੰਦੀ ਹੈ ਉਹ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਵਿੱਚ ਝਲਕਦੀ ਹੈ। ਮਤਲਬ ਅੰਦਰੋਂ ਨਿਰਾਸ਼ ਹੀ ਹੁੰਦੇ ਨੇ, ਕਿਸੇ ਹੋਰ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਈ ਜਾਂਦੀ ਹੈ, ਨਿਰਾਸ਼ਾ ਆਪਣੀ ਹੀ ਹੁੰਦੀ ਹੈ। ਸੋ ਇਹ ਜਿਹੜਾ ਮਨਜਿੰਦਰ ਲਾਲਪੁਰਾ ਹੋਰਾਂ ਨੇ ਜਿਹੜਾ ਕੀਤਾ ਹੈ, ਇਹ ਮੈਨੂੰ ਤਾਂ ਉਹੀ ਲੱਗਦਾ ਕਿ ਉਹਦਾ ਦੀ ਵੀ ਸੇਮ ਉਸ ਤਰ੍ਹਾਂ ਦੀ ਹਾਲਤ ਹੈ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਹੈਗੀ ਹੈ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ, ਦੂਸਰੀ ਕਿਹੜੀ ਕਰ ਰਹੇ ਸੀ ਤੁਸੀਂ? ਹਾਂ, ਗੁਰਮੀਤ ਸਿੰਘ ਚੌਹਾਨ ਦੇਖੋ ਜਿਹੜੇ ਲਗਾਏ ਆ ਉਹ ਓਕੂ ਦੇ ਬਹੁਤ ਸੀਨੀਅਰ ਆਫਿਸਰਾਂ ਦੇ ਵਿੱਚੋਂ ਰਹੇ ਆ। ਕਈ ਗੈਂਗਸਟਰ ਨਾਲ ਜਿਹੜੀ ਮੁੱਠਭੇੜ ਹੋਈ ਹੈ ਉਹਨਾਂ ਦੇ ਵਿੱਚ ਵਿੱਕੀ ਗੌਂਡਰ ਵਗੈਰਾ ਵੀ ਸ਼ਾਮਲ ਨੇ। ਉਹਨਾਂ ਨੂੰ ਮਤਲਬ ਮਾਰਨ ਦਾ ਸ਼੍ਰੇ ਇਹਨਾਂ ਕੋਲੇ ਹੈ, ਮਤਲਬ ਕਿ ਇਹਨਾਂ ਨੇ ਉਸ ਆਪਰੇਸ਼ਨਾਂ ਨੂੰ ਅੱਗੇ ਹੋ ਕੇ ਲੜਿਆ, ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਇਹਨਾਂ ਦੇ ਸੁਪੀਰੀਅਰ ਸੀਗੇ ਉਦੋਂ। ਤੇ ਮੈਂ ਇਹਨਾਂ ਨੂੰ ਕੰਮ ਕਰਦੇ ਦੇਖਿਆ। ਦੇਖੋ ਉਹਨਾਂ ਨੂੰ ਵਾਕਈ ਜਿਹੜਾ ਮੁੱਖ ਮੰਤਰੀ ਨੇ ਇਹ ਉਹਨਾਂ ਨੂੰ ਤਰਨਤਾਰਨ ਚ ਲਗਾਇਆ, ਤਾਂ ਉਹਦੇ ਪਿੱਛੇ ਇਹ ਜਿਹੇ ਇੱਕ ਕਾਰਨ ਵੀ ਨੇ ਕਿ ਤਰਨਤਾਰਨ ਹਲਕਾ ਹੀ ਇੱਕ ਦੇਖੋ ਜਿਹੜੇ ਡਰੱਗਸ ਤਸਕਰ ਨੇ ਉਹਨਾਂ ਦਾ, ਉੱਥੇ ਗੈਂਗਸਟਰ ਵੀ ਹੈਗੇ ਨੇ, ਸਾਰਾ ਕੁਝ ਹੈ। ਤੇ ਉਹਨਾਂ ਨੂੰ ਉੱਥੇ ਇੱਕ ਸਪੈਸੀਫਿਕ ਕਾਰਨ ਕਰਕੇ ਲਗਾਇਆ। ਤੇ ਹੋ ਸਕਦਾ ਕਈ ਵਾਰੀ ਏਦਾਂ ਹੁੰਦਾ ਹੈ ਕਿ MLAs ਬਹੁਤ ਸਾਰੇ ਲੋਕਾਂ ਦੀਆਂ ਲੈ ਕੇ ਆਉਂਦੇ ਰਹਿੰਦੇ ਸ਼ਿਕਾਇਤਾਂ ਜਾਂ ਉਹਨਾਂ ਦੀਆਂ ਮੰਗਾਂ ਜਾਂ ਕੁਝ ਹੋਰ, ਕਈ ਵਾਰ ਨਹੀਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਏਦਾਂ ਤਾਂ ਨਹੀਂ ਹੁੰਦਾ ਕਿ ਇੱਕ ਅਫਸਰ ਸਾਰੀਆਂ ਹੀ ਮੰਗਾਂ ਪੂਰੀਆਂ ਕਰਦੇ, ਬਹੁਤ ਸਾਰੀਆਂ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਤੇ ਬਹੁਤ ਸਾਰੀਆਂ ਹੁਣ ਨਹੀਂ ਵੀ ਕੀਤੀਆਂ ਜਾ ਸਕਦੀਆਂ। ਤੇ ਜਦੋਂ 9 ਪੂਰੀਆਂ ਵੀ ਕਰ ਦੋ ਤੇ ਇੱਕ ਨਾ ਕਰੋ ਨਾ, ਤਾਂ ਫਿਰ ਇਹ ਲੱਗਦਾ ਹੈ
ਵੀ ਯਾਰ ਅਫਸਰ ਮੇਰੀ ਸੁਣ ਨਹੀਂ ਰਿਹਾ, ਮੈਂ MLA ਆ, ਮੇਰਾ ਰੁਤਬਾ ਚੀਫ ਸੈਕਟਰੀ ਤੋਂ ਵੀ ਉੱਤੇ ਹੈ, ਇੱਕ SSP ਹੋ ਕੇ ਵੀ ਮੇਰੀ ਸੁਣਦਾ ਨਹੀਂ। ਸੋ ਕਈ ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਲੱਗਦਾ ਕਿ ਇਹ ਉਸੇ ਨਿਰਾਸ਼ਾ ਚੋਂ ਆਈ ਹੋਈ ਹੈ। ਭਾਸਕਰ ਸਾਹਿਬ, ਅਗਲੀ ਖਬਰ ਬੇहद ਅਹਿਮ ਆ, ਮੈਂ ਚਾਹੂੰਗਾ ਤੁਸੀਂ ਦੋਨੇ ਇਕੱਠਿਆਂ ਇਸ ਖਬਰ ਨੂੰ ਜ਼ਰੂਰ ਲਓ। ਮੈਂ ਜਦੋਂ ਕੱਲ CBI ਕੋਰਟ ਦੇ ਵਿੱਚੋਂ 3 ਸਾਬਕਾ ਪੁਲਿਸ ਅਧਿਕਾਰੀਆਂ ਨੂੰ ਅੱਖਾਂ 'ਚ ਅਥਰੂ ਲੈ ਕੇ ਉੱਤਰਦੇ ਦੇਖ ਰਿਹਾ ਸੀ, ਤੇ ਮੇਰੀ ਨਜ਼ਰ ਦੂਰ ਉੱਥੇ ਸੀ 30 ਸਾਲ 35 ਸਾਲ ਪਹਿਲਾਂ, ਜਿਨ੍ਹਾਂ ਦੇ ਅਥਰੂ 3 ਦਹਾਕਿਆਂ ਤੋਂ ਵੱਧ ਵਗਦਿਆਂ ਹੋ ਗਏ, ਜਿਨ੍ਹਾਂ ਦੇ ਘਰਾਂ ਦੇ ਪੁੱਤ ਮਾਰਤੇ ਗਏ। ਉਹ ਕੱਲ ਪੁਲਿਸ ਅਧਿਕਾਰੀਆਂ ਨਾਲ ਕੋਈ ਹਮਦਰਦੀ ਨਹੀਂ ਸੀ। ਪੰਜਾਬ ਦੇ ਵਿੱਚ ਹੁਣ ਵੀ ਜਿੰਨੇ ਲੋਕ ਸਰਵਿੰਗ ਨੇ ਵੱਖ-ਵੱਖ ਸ਼ੋਬਿਆਂ 'ਚ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸਰਵਿਸ ਦੌਰਾਨ ਮਾਨਵਵਾਦੀ ਅਪਰੋਚ ਨਾ ਛੱਡਣ। ਜੋ ਕੁਝ ਪੰਜਾਬ 'ਚ ਹੋਇਆ, ਜਿਹੜੀ ਹੋਣੀ ਅਸੀਂ ਸਾਰਿਆਂ ਨੇ ਝੱਲੀ ਆ, ਉਸ ਤੋਂ ਬਾਅਦ ਅੱਜ ਵੀ ਬੇਸ਼ੁਮਾਰ ਲਾਸ਼ਾਂ, ਜਿਹੜੀਆਂ ਲਾਸ਼ਾਂ ਪਛਾਣੀਆਂ ਨਹੀਂ ਗਈਆਂ, ਉਹਨਾਂ ਦੇ ਸੰਸਕਾਰ ਦੀ ਗੱਲ ਚੱਲਦੀ। ਬੇਸ਼ੁਮਾਰ ਐਸੇ ਲੋਕ ਜਿਨ੍ਹਾਂ ਦਾ ਥੋ ਪਤਾ ਹੀ ਨਹੀਂ ਲੱਗਿਆ, ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਅੱਜ ਵੀ ਬਹੁਤ ਘਰ ਬੰਦ ਪਏ ਨੇ, ਬਹੁਤ ਸਾਰੇ ਘਰਾਂ 'ਚ ਘਾਹ ਉੱਗਿਆ ਹੋਇਆ। ਜੇ ਕਦੇ ਤੁਸੀਂ ਉਹਨਾਂ ਥਾਵਾਂ ਨੂੰ ਜਾ ਕੇ ਵੇਖੋ, ਤੁਹਾਨੂੰ ਹੌਲ ਪੈਂਦੇ ਆ ਕਿ ਇਹਨਾਂ ਨੇ ਕੀ ਦਰਦ ਹੰਢਾਏ ਹੋਣਗੇ। ਰੰਧਾਵਾ ਸਾਹਿਬ, ਇਹ ਜਿਹੜੇ ਪਿੰਡ ਸਠਿਆਲਾ ਤੁਹਾਡੇ ਇੱਥੇ ਅੰਮ੍ਰਿਤਸਰ ਦਾ ਹੀ ਹੈਗਾ, ਉਹਦੇ ਕੇਸ ਹੈ। ਉਹਦਾ 3 ਬੰਦੇ ਜਿਹੜੇ ਐਨਕਾਊਂਟਰ 'ਚ ਮਾਰਤੇ ਸੀਗੇ। ਮੈਨੂੰ ਇਹਦੇ 'ਚ ਉਹ ਦੇਖੋ, ਕੋਈ ਵੀ ਹੋ ਸਕਦਾ, ਕਿਤੇ ਦਾ ਵੀ ਹੋ ਸਕਦਾ, ਮੈਂ ਇਸ ਗੱਲ ਤੇ ਨਹੀਂ ਜਾਣਾ। ਮੈਨੂੰ ਸਿਰਫ ਇਹ ਹੈ, ਜਦੋਂ ਅਸੀਂ ਗੱਲ ਇਹ ਕਰਦੇ ਹੁੰਦੇ ਹਾਂ ਜਸਟਿਸ ਡਿਲੇਡ ਜਸਟਿਸ ਡਿਨਾਈਡ, ਅੱਜ 32 ਸਾਲ ਬਾਅਦ ਉਹ ਲੋਕਾਂ ਨੂੰ ਸਜ਼ਾ ਮਿਲੀ ਹੈ। ਇਹ ਕੁਝ ਹੱਦ ਤੱਕ ਉਹਨਾਂ ਦੇ ਜਿਹੜੇ ਪਰਿਜਨ ਹੈਗੇ ਨੇ, ਉਹਨਾਂ ਦੇ ਪਰਿਵਾਰਕ ਲੋਕ ਹੈਗੇ, ਉਹਨਾਂ ਨੂੰ ਕੁਝ ਨਾ ਕੁਝ ਤਾਂ ਠਾਰਦਾ ਹੋਏਗਾ ਇਹ ਫੈਸਲਾ। ਪਰ ਇਸ ਫੈਸਲੇ ਨੂੰ 32 ਸਾਲ ਲੱਗੇ। ਇਹ ਤਰਾਸਦੀ ਵੀ ਹੈ ਸਾਡੇ ਜੁਡੀਸ਼ੀਅਲ ਸਿਸਟਮ ਦੀ ਕਿ ਇੱਕ ਕੇਸ ਨੂੰ, ਇਹ ਮੈਂ ਜਿਹੜੀ ਖਬਰ ਪੜ੍ਹ ਰਿਹਾ ਸੀ ਉਹਦੇ 'ਚ ਇੱਕ ਲਾਈਨ ਸੀ ਕਿ 2016 'ਚ ਪਹਿਲਾ ਗਵਾਹ ਪੇਸ਼ ਹੋਇਆ। ਤੁਸੀਂ ਦੇਖੋ 16 ਤੇ 8 24 ਸਾਲ ਤਾਂ ਕੋਈ ਗਵਾਹੀ ਹੀ ਨਹੀਂ ਹੋਈ ਇਸ ਮਾਮਲੇ 'ਚ। ਮਤਲਬ ਇਸੇ ਗੱਲ ਦੇ ਉੱਤੇ ਹੁੰਦਾ ਰਿਹਾ ਕਿ ਇਹਦੀ ਜਾਂਚ ਕੌਣ ਕਰੇ। ਮਤਲਬ ਪਹਿਲਾਂ ਪੁਲਿਸ, ਫਿਰ CBI, ਇਸ 'ਚ ਲਟਕਦਾ ਰਿਹਾ ਕਿ ਜਾਂਚ ਕਿਹਨੇ ਕਰਨੀ ਹੈ। ਫਿਰ ਅੱਗੇ 2016 'ਚ ਤੁਸੀਂ ਪਹਿਲਾ ਗਵਾਹ ਪੇਸ਼ ਕਰ ਰਹੇ ਹੋ ਤੇ 7 ਸਾਲਾਂ 'ਚ ਇਹ ਕੇਸ ਨਿਬੜਿਆ ਤੇ ਉਹਦੇ ਵਿੱਚ ਸਜ਼ਾ ਹੋਈ ਹੈ। ਤੁਹਾਡੀ ਗੱਲ ਠੀਕ ਹੈ ਕਿ ਪੁਲਿਸ ਵਾਲੇ ਜਿਹੜੇ ਉਸ ਟਾਈਮ ਕੋਈ ਸਬ ਇੰਸਪੈਕਟਰ ਹੋਏਗਾ, ਕੋਈ ਕੁਝ ਹੋਏਗਾ, ਅੱਜ ਉਹ DSP ਕੋਈ ਰਿਟਾਇਰ ਹੋਇਆ, ਕੋਈ ਸੀਨੀਅਰ ਸਬ ਇੰਸਪੈਕਟਰ ਰਿਟਾਇਰ ਹੋਇਆ, ਇਸ ਤਰ੍ਹਾਂ ਕਿਸੇ ਨੂੰ ਕੋਈ ਹਮਦਰਦੀ ਨਹੀਂ। ਔਰ ਇਹ ਪਹਿਲਾ ਕੇਸ ਨਹੀਂ ਏਦਾਂ ਦਾ, ਪੰਜਾਬ 'ਚ ਹਜ਼ਾਰਾਂ ਕੇਸ ਨੇ, ਸੈਂਕੜੇ ਕੇਸ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਚੱਲੀਆਂ ਨੇ ਤੇ ਉਹ ਲੋਕਾਂ ਨੇ ਇਹ ਦਰਦ ਹੰਢਾਏ ਨੇ। ਬਹੁਤ ਸਾਰਿਆਂ ਦੀਆਂ ਤਾਂ ਲਾਸ਼ਾਂ ਵੀ ਨਹੀਂ ਅਜੇ ਮਿਲੀਆਂ। ਇਹਨਾਂ ਨੂੰ ਤਾਂ ਘੱਟੋ ਘੱਟ ਇਹ ਵੀ ਉਮੀਦ ਸੀ ਕਿ ਬਈ ਚਲੋ ਲਾਸ਼ ਨੂੰ ਮਿਲ। ਮੈਂ ਖੁਦ ਕਈ ਕੇਸ ਰਿਪੋਰਟ ਕੀਤੇ ਨੇ ਜਿਨ੍ਹਾਂ ਦੇ ਵਿੱਚ ਉਹ ਵਿਚਾਰੇ ਅੱਜ ਵੀ ਪੁਲਿਸ ਥਾਣਿਆਂ ਦੇ ਵਿੱਚ ਜਾ ਕੇ ਉਹ ਮਿੰਨਤਾਂ ਤਰਲੇ ਕਰਦੇ ਰਹਿੰਦੇ ਆ ਕਿ ਸਾਨੂੰ ਘੱਟੋ ਘੱਟ 10 ਤਾਂ ਦੋ ਵੀ ਸਾਡਾ ਮੁੰਡਾ ਮਰ ਗਿਆ ਕਿ ਨਹੀਂ ਮਰ ਗਿਆ, ਹੈ ਜਿੰਦਾ ਹੈ ਜਾਂ ਨਹੀਂ ਜਿੰਦਾ, ਅਸੀਂ ਘੱਟੋ ਘੱਟ ਉਹਦਾ ਭੋਗ ਹੀ ਪਾ ਲਈਏ। ਤਾਂ ਇੱਕ ਸਬ ਇੰਸਪੈਕਟਰ ਨੇ ਬਹੁਤ ਜਿਹਨੂੰ ਕਹਿੰਦੇ ਨਾ ਬੜੀ ਬੇਰੁਖੀ ਨਾਲ ਉਹਨਾਂ ਨੂੰ ਕਿਹਾ ਵੀ ਯਾਰ ਹੁਣ ਤਾਂ 10 ਸਾਲ ਹੋ ਗਿਆ, 7 ਸਾਲ ਬਾਅਦ ਤੱਕ ਲਾਸ਼ ਨਾ ਮਿਲੇ ਤਾਂ ਮਰ ਕੇ ਜਾਣਾ ਸਮਝ ਲੈ, ਤੂੰ ਭੋਗ ਪਾ ਲੈ ਆਪਣਾ। ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹ ਕਿੰਨਾ ਕਚੋਟਦੇ ਹੋਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ। ਤਾਂ ਮੈਂ ਉਸ ਤੋਂ ਜਿਹੜੀ ਆ ਖਬਰ ਪੜ੍ਹ ਰਿਹਾ ਸੀ ਤਾਂ ਮੈਨੂੰ ਉਹ ਸਾਰੇ ਕੇਸ ਪੁਰਾਣੇ ਵੀ ਯਾਦ ਆ ਗਏ ਜਦੋਂ ਅਸੀਂ ਸ਼ੁਰੂ 'ਚ ਰਿਪੋਰਟਿੰਗ ਕਰਦੇ ਸੀ 97, 98, 99 ਦੇ ਵਿੱਚ। ਉਦੋਂ ਤਾਂ ਬਹੁਤ ਸਾਰੇ ਕੇਸ ਸੀ ਇਦਾਂ ਦੇ ਤੇ ਅੱਜ ਉਹਨਾਂ ਕੇਸਾਂ ਦੇ ਵਿੱਚ ਚਲੋ ਸ਼ੁਰੂਆਤ ਹੋ ਗਈ ਹੈ। ਬਟ ਮੈਂ ਫਿਰ ਵੀ ਇਹ ਕਹੂੰਗਾ ਕਿ ਅਦਾਲਤਾਂ ਨੂੰ ਇਹ ਕੇਸ ਬਹੁਤ ਪ੍ਰਾਇੋਰਟੀ ਦੇ ਆਧਾਰ ਤੇ ਜਿਹੜੇ ਹੈਗੇ ਆ ਉਹ ਲੈਣੇ ਚਾਹੀਦੇ ਆ। 32 ਸਾਲ ਬਾਅਦ ਇਸ ਤਰ੍ਹਾਂ ਦੇ ਫੈਸਲੇ ਆਣੇ ਮਤਲਬ ਠੀਕ ਹੈ ਗੱਲ। ਹੁਣ 32 ਸਾਲ ਤਾਂ ਉਹਨਾਂ ਦੇ ਤਾਂ ਮੈਨੂੰ ਲੱਗਦਾ ਅਥਰੂ ਵੀ ਸੁੱਕ ਗਏ ਹੋਣੇ ਜਿਹੜੇ ਬੰਦਿਆਂ ਦੇ ਉਹ ਕੇਸ ਨੇ। ਸੋ ਜੋ ਵੀ ਫੈਸਲਾ ਆਇਆ ਪਰ ਉਹ ਸਵਾਗਤਯੋਗ ਹੈ। ਭਾਸਕਰ ਸਾਹਿਬ, ਆਖਰੀ ਲਾਈਨਾਂ ਵਿੱਚ ਜਿੱਥੇ ਤੱਕ ਇਹ ਵਾਲੇ ਕੇਸ ਦੀ ਗੱਲ ਹੈਗੀ ਹੈ, ਤੁਸੀਂ ਇਹ ਦੇਖੋ ਕਿ ਜਿਸ ਤਰੀਕੇ ਨਾਲ 1992 ਯਾਨੀ ਉਹ ਦੌਰ ਜਿਹੜਾ, ਉਸ ਦੌਰ ਦੇ ਵਿੱਚ ਕਾਫੀ ਸਾਰੇ ਇਦਾਂ ਦੇ ਫੇਕ ਐਨਕਾਊਂਟਰ ਦੇ ਕੇਸਿਸ ਆਏ ਸੀਗੇ ਔਰ ਬਹੁਤ ਸਾਰੇ ਇਹ ਤੇ ਫਿਰ ਵੀ 31-32 ਸਾਲ ਬਾਅਦ ਫੈਸਲਾ ਆ ਗਿਆ। ਇਦਾਂ ਦੇ ਬਹੁਤ ਸਾਰੇ ਕੇਸਿਸ ਹੈਗੇ ਆ ਜਿਹਦੇ ਵਿੱਚ ਹਜੇ ਫੈਸਲੇ ਹੀ ਨਹੀਂ ਆਏ ਔਰ ਉਹਨਾਂ ਮੁੱਦਿਆਂ ਦੇ ਉੱਤੇ CBI ਕੋਰਟ ਦਾ ਇਹ ਫੈਸਲਾ ਸ਼ਲਾਘਾਯੋਗ ਤੇ ਹੈਗਾ ਹੀ ਹੈ, ਕਿਉਂਕਿ ਨਿਆਂ ਭਾਵੇਂ ਲੇਟ ਮਿਲੇ, ਜਿਸ ਨੂੰ ਨਿਆਂ ਮਿਲਦਾ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਇਸ ਤਰੀਕੇ ਨਾਲ ਫੇਕ ਐਨਕਾਊਂਟਰ ਦੇ ਵਿੱਚ ਮਰਦੇ ਹੋਏ ਦੇਖਿਆ ਹੋਏਗਾ ਜਾਂ ਸੁਣਿਆ ਹੋਏਗਾ। ਇਸ ਕੇਸ ਦੇ ਵਿੱਚ ਲਾਸ਼ਾਂ ਵੀ ਨਹੀਂ ਦਿੱਤੀ ਸੀਗੀ,
ਔਰ ਸੰਸਕਾਰ ਪੁਲਿਸ ਨੇ ਆਪਣੇ ਆਪ ਹੀ ਕਰ ਦਿੱਤਾ ਗਿਆ ਸੀ ਔਰ ਝੂਠੇ ਗਵਾਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚਲੋ ਇਹ ਵਾਲੇ ਕੇਸ ਦੇ ਵਿੱਚ ਹੈਗੀ ਹੈ। ਹੁਣ ਮੈਂ ਨਾਲ ਦੇ ਨਾਲ ਗੱਲ ਕਰਨਾ ਚਾਹਾਂਗਾ ਸੁਪਰੀਮ ਕੋਰਟ ਦੇ ਵਿੱਚ ਉਹ ਦੋ ਕੇਸ ਜਿਹੜੇ ਆਏ ਨੇ ਔਰ ਉਹਨਾਂ ਕੇਸਾਂ ਦੇ ਵਿੱਚ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਗੰਭੀਰਤਾ ਦਿਖਾਈ ਹੈ, ਖਾਸ ਕਰਕੇ ਉਹ ਬਿਲਕਿਸ ਬਾਨੋ ਦਾ ਉਹ ਕੇਸ ਜਿਹਦੇ ਵਿੱਚ 11 ਕਨਵਿਕਟਡ ਯਾਨੀ ਉਮਰ ਕੈਦ ਦੀ ਸਜ਼ਾ ਹੋਈ ਸੀ ਔਰ ਉਸ ਤੋਂ ਬਾਅਦ ਭਾਵੇਂ ਉਹ ਕੇਸ ਟ੍ਰਾਂਸਫਰ ਹੋ ਗਿਆ ਸੀ ਮਹਾਰਾਸ਼ਟਰਾ ਕੋਰਟ ਦੇ ਵਿੱਚ, ਲੇਕਿਨ ਗੁਜਰਾਤ ਸਰਕਾਰ ਨੇ ਉਹਨਾਂ ਨੂੰ ਰਹਿਮ ਦੇ ਆਧਾਰ ਤੇ ਧਾਰਾ 161 ਦਾ ਯੂਜ਼ ਕਰਕੇ ਉਹਨਾਂ ਨੂੰ ਸਜ਼ਾ ਮੁਕਤ ਕਰਤਾ ਸੀ ਔਰ ਨਾ ਕੇਵਲ ਉਹਨਾਂ ਨੂੰ ਛੱਡ ਦਿੱਤਾ ਸੀਗਾ ਬਲਕਿ ਛੱਡੇ ਜਾਣ ਤੋਂ ਬਾਅਦ ਉਹਨਾਂ ਦਾ ਬਕਾਇਦਾ ਹਾਰ ਪਾ ਕੇ ਸਵਾਗਤ ਕੀਤਾ ਸੀ ਬੀਜੇਪੀ ਦੀ ਮਹਿਲਾ ਲੀਡਰਾਂ ਦੁਆਰਾ। ਹੁਣ ਏਦਾਂ ਦੇ ਹਾਲਾਤ ਦੇ ਵਿੱਚ ਇਹ ਮਾਮਲਾ ਕੋਰਟ ਦੇ ਵਿੱਚ ਗਿਆ। ਕੋਰਟ ਦੇ ਵਿੱਚ ਇੱਕ ਗੱਲ ਤੇ ਸਾਫ਼ ਹੋਈ, ਹਾਲਾਂਕਿ ਸੁਣਵਾਈ ਹਜੇ ਜਾਰੀ ਹੈ, ਪਰ ਕੋਰਟ ਨੇ ਇਹ ਆਸ਼ੰਕਾ ਜ਼ਰੂਰ ਜ਼ਾਹਿਰ ਕੀਤੀ ਕਿ ਏਦਾਂ ਦੀ ਪ੍ਰਿਵਿਲੇਜ ਹੋਰ ਕੈਦੀਆਂ ਨੂੰ ਕਿਉਂ ਨਹੀਂ। ਔਰ ਇਹ ਤੇ ਬੇਸਿਕਲੀ ਜਦ ਜੇਲ੍ਹ ਦੇ ਵਿੱਚ ਵੀ ਭਾਵੇਂ 15 ਸਾਲ ਰਹੇ ਹੋਣ, 15 ਸਾਲ ਦੇ ਵਿੱਚੋਂ 1100 ਦਿਨ ਇਹ ਪੈਰੋਲ ਔਰ ਫਰਲੋ ਤੇ ਰਹੇ ਸੀਗੇ। ਇਹ ਸਾਰੀ ਗੱਲਾਂ ਦੇ ਉੱਤੇ ਸੁਪਰੀਮ ਕੋਰਟ ਹਜੇ ਆਪਣਾ ਅੰਤਿਮ ਫੈਸਲਾ ਦੇਣਾ ਬਾਕੀ ਹੈ, ਪਰ ਗੰਭੀਰਤਾ ਇਸ ਗੱਲ ਦੇ ਉੱਤੇ ਹੈ ਕਿ ਵੀ ਇਹ ਜਿਹੜੇ ਲਾਭ ਨੇ ਲਕੂਨਿਆਂ ਜਿਹੜਾ ਵੀ ਹੁੰਦੇ ਸਾਰੀ ਜੱਜਮੈਂਟ ਦੇ ਵਿੱਚ, ਜਾਂ ਸਟੇਟ ਗਵਰਨਮੈਂਟ ਇੰਨੀ ਇੱਕ ਤਰੀਕੇ ਨਾਲ ਦਇਆਵਾਨ ਹੁੰਦੀ ਹੈ, ਇਹ ਬਾਕੀ ਸਾਰਿਆਂ ਵਾਸਤੇ ਕਿਉਂ ਨਹੀਂ, ਸਿਰਫ ਇਹਨਾਂ ਵਾਸਤੇ ਹੀ ਕਿਉਂ। ਫਿਰ ਦੂਜਾ ਮਾਮਲਾ ਜਿਹੜਾ ਇਹ ਵੀ ਆਇਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਦੀ 2 ਸਾਲ ਦੀ ਕੈਦ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਦੀ ਸਦੱਸਤਾ ਇੱਕ ਤਰੀਕੇ ਨਾਲ ਖਤਮ ਕਰ ਦਿੱਤੀ ਗਈ ਸੀ, ਬਾਅਦ ਚੋਂ ਬਹਾਲ ਹੋ ਗਈ ਸੀ, ਉਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਨਿਆਏ ਮਿੱਤਰ ਜਿਹੜੇ ਹੈਗੇ ਨੇ ਵਿਜੇ ਹੰਸਾਰੀਆ, ਉਹਨਾਂ ਨੇ ਇਹ ਇੱਕ ਐਡਵੋਕੇਸੀ ਦਿੱਤੀ ਹੈ ਕਿ ਜਦ ਏਦਾਂ ਦੇ ਕ੍ਰਾਈਮ ਕਰਨ ਤੋਂ ਬਾਅਦ ਕੋਈ ਵੀ ਐਮਐਲਏ ਜਾਂ ਐਮਪੀ ਉਹਨਾਂ ਦੀ 6 ਸਾਲ ਵਾਸਤੇ ਹੀ ਬੈਨ ਕਿਉਂ ਲਗਾਇਆ ਜਾਂਦਾ ਹੈ, ਇਹ तमाम उम्र वास्ते यह बैन क्यों नहीं लगाया जाता। जद कोई ऐदा दी गलती कोई अफसर करता है या होर कोई वर्क करता है तो उन्होंने नौकरी वास्ते हमेशा वास्ते कढ़िया जाता है। यह नहीं कहा जाता भी 6 साल वास्ते तुसीं नौकरी तो कढ़ दिते गए और बाद चों तुसीं बहाल हो जाओगे। और नाल दे नाल इस मुद्दे दे उत्ते एक डाटा भी आया बड़ा इंटरस्टिंग है, टोटल 763 एमपीआं दे विचों 306 मैंबर ऑफ पार्लीमेंट ऐदां दे हैगे ने जिन्हां दे खिलाफ बड़े एक हीनियस क्राइम दे केसेस हैगे ने। और जे एमएलए की गल करिए विधान सभा की गल करिए तो टोटल 4001 एमएलए पूरी 28 जिहड़े साडी विधान सभा हैगी है उहदे विचों 1777 एमएलए यानी 44% एमएलए के खिलाफ इस तरह के क्राइम के केसेस हैगे ने। और 28% ऐदां दे साडे लॉ मेकर ते ऐदां दे हैगे ने जिन्हां दे खिलाफ मर्डर ते रेप वर्गे सीरीयस चार्जेस भी हैगे ने। इन्हां सारी गल्लां दे उत्ते जद इस गल नूं अगे वधाया जांदा है कि आ जिहड़ी गल बैन 6 साल का होंदा है, इन्हां नूं क्यों नहीं तमाम उम्र वास्ते बैन कर दिता जाए। इस मुद्दे दे उत्ते गल सुप्रीम कोर्ट दे विच अगे वध रही है। बहुत मेहरबानी, बहुत धन्यवाद। धन्यवाद जी।